ਸਰਕਾਰ ਦੇ ਫੈਸਲੇ ਨਾਲ ਅਸੀਂ ਬਿਲਕੁਲ ਸੰਤੁਸ਼ਟ ਨਹੀਂ ਹੈਗੇ ਜੀ। ਜਿੰਨੇ ਵੀ ਦੁਕਾਨਦਾਰ ਆ ਸਾਡਾ ਬਹੁਤ ਜ਼ਿਆਦਾ ਨੁਕਸਾਨ ਹੋ ਰਿਹਾ। ਉੱਪਰੋਂ ਮਹਿੰਗਾਈ ਦੀ ਮਾਰ ਵੱਖਰੀ, ਕਰੋਨੇ ਦੀ ਮਾਰ ਵੱਖਰੀ, ਸਰਕਾਰ ਦੀ ਮਾਰ ਵੱਖਰੀ। ਦਿੱਕਤ ਤਾਂ ਸਾਨੂੰ ਆਏਗੀ ਜੀ, 10-10 ਬੰਦੇ ਰੱਖੇ ਹੋਏ ਆ, ਤਨਖਾਹ ਤਾਂ ਦੇਣੀ ਪੈਂਦੀ ਹੈ। ਉਹ ਤੁਸੀਂ ਅੱਜ ਵੀ 7 ਵਜੇ ਤੋਂ ਬਾਅਦ ਵੀ ਨਿਕਲ ਕੇ ਦੇਖ ਲਓ, ਉੱਦਾਂ ਹੀ ਟ੍ਰੈਫਿਕ ਘੁੰਮ ਰਿਹਾ ਹੈਗਾ। ਉਹ ਮੈਨੂੰ ਸਮਝ ਨਹੀਂ ਆਈ, ਉਹ ਕਰਫਿਊ ਹੈ ਵੀ ਹੈ ਕਿ ਨਹੀਂ ਹੈ, ਕਿ ਕਾਗਜ਼ਾਂ 'ਚ ਦਿਖਾਇਆ ਹੋਇਆ 7 ਤੋਂ 5 ਦਾ ਜਿਹੜਾ ਕਰਫਿਊ ਹੈ। ਸਟੇਟਾਂ ਦੇ ਵਿੱਚ ਅਨਲੌਕ ਦੀ ਪ੍ਰਕਿਰਿਆ ਸ਼ੁਰੂ ਹੋ ਰਹੀ ਹੈ ਤੇ ਪੰਜਾਬ ਦੁਆਰਾ ਲੋਕਡਾਊਨ ਔਰ ਕਰਫਿਊ ਵਾਲੇ ਪਾਸੇ ਵੱਧ ਰਿਹਾ ਹੈ। ਹਰੇਕ ਵਰਗ ਹੈ ਜਿਹੜਾ ਕਿਸਾਨੀ ਹੈ ਉਹ ਸੜਕਾਂ ਦੇ ਉੱਪਰ ਹੈ, ਮੁਲਾਜ਼ਮ ਹੈ ਉਹ ਸੜਕਾਂ ਦੇ ਉੱਪਰ ਨੇ। ਸਾਰੀਆਂ ਨੂੰ ਇੰਡਸਟਰੀ ਨੂੰ ਕਦੇ ਕਹਿੰਦੇ ਨੇ ਔਡ ਈਵਨ ਕਰ ਲਓ, ਕਦੇ ਕਹਿੰਦੇ ਨੇ 7 ਵਜੇ ਤੱਕ ਹੈ, ਕਦੇ ਕਹਿੰਦੇ ਨੇ ਰਾਤ ਦਾ ਕਰਫਿਊ ਹੈ, ਕਦੇ ਕਹਿੰਦੇ ਨੇ ਅੱਜ ਖੋਲ੍ਹ ਲਓ ਕੱਲ੍ਹ ਨੂੰ ਬੰਦ ਕਰ ਲਓ। ਇੱਥੇ ਸਰਕਾਰ ਕਹਿੰਦੀ ਹੈ ਜੀ ਕਰੋਨਾ ਦੇ ਬਹਾਨੇ ਦੇ ਪਿੱਛੇ ਲੁੱਕ ਕੇ ਬਹਿ ਜਾਣਾ ਐਮਐਲਏ ਤੇ ਮੰਤਰੀ। ਮੈਨੂੰ ਤਾਂ ਦੇਖੋ ਇਹ ਗੱਲ ਜੱਜਦੀ ਨਹੀਂ। ਸੀਐਮ ਸਾਹਿਬ ਆਪ ਫਾਰਮ ਹਾਊਸ 'ਚ ਨੇ ਤੇ ਲੋਕਾਂ ਨੂੰ ਕਹਿੰਦੇ ਨੇ ਤੁਸੀਂ ਸੜਕਾਂ ਤੇ ਰਹੋ। ਪੰਜਾਬ ਸਰਕਾਰ ਨੂੰ ਲੋਕਾਂ ਦੀ ਮਦਦ ਕਰਨੀ ਚਾਹੀਦੀ, ਪਰ ਹੋ ਉਲਟਾ ਰਿਹਾ ਹੈ। ਪੰਜਾਬ ਸਰਕਾਰ ਲੋਕਾਂ ਤੋਂ ਮੰਗ ਰਹੀ ਹੈ ਤੇ ਪੰਜਾਬ ਸਰਕਾਰ ਕੇਂਦਰ ਸਰਕਾਰ ਤੋਂ ਮੰਗ ਰਹੀ ਹੈ ਕਿ ਪੰਜਾਬ ਦੇ ਵਿੱਚ ਕਰੋਨਾ ਦੇ ਲਗਾਤਾਰ ਮਾਮਲੇ ਵੱਧ ਰਹੇ ਨੇ, ਜਿਸ ਨੂੰ ਲੈ ਕੇ ਸਰਕਾਰ ਨੇ ਹਾਲ ਹੀ ਵਿੱਚ ਕੁਝ ਸਖਤ ਫੈਸਲੇ ਲਏ ਨੇ। ਖਾਸ ਤੌਰ ਤੇ ਕਾਰੋਬਾਰਾਂ ਨੂੰ ਲੈ ਕੇ ਸਰਕਾਰ ਨੇ ਦੁਕਾਨਾਂ ਸ਼ਾਮ 6:30 ਵਜੇ ਤੱਕ ਖੋਲ੍ਹਣ ਦੀ ਇਜਾਜ਼ਤ ਦਿੱਤੀ ਹੈ। ਉਸ ਤੋਂ ਬਾਅਦ ਜੇ ਕੋਈ ਦੁਕਾਨ ਖੁੱਲ੍ਹਦੀ ਹੈ ਤਾਂ ਉਸ ਨੂੰ ਜੁਰਮਾਨਾ ਕਰਨ ਦੀ ਗੱਲ ਆਖੀ ਹੈ। ਇਸ ਤੋਂ ਇਲਾਵਾ ਸਰਕਾਰ ਨੇ ਫੈਸਲਾ ਕੀਤਾ ਹੈ ਕਿ ਸ਼ਨੀ ਤੇ ਐਤਵਾਰ ਨੂੰ ਸਾਰੇ ਅਦਾਰੇ ਬੰਦ ਰਹਿਣਗੇ, ਪਰ ਸ਼ਰਾਬ ਦੇ ਠੇਕੇ ਖੁੱਲ੍ਹੇ ਰਹਿਣਗੇ, ਹੋਟਲ ਖੁੱਲ੍ਹੇ ਰਹਿਣਗੇ। ਸੋ ਸਰਕਾਰ ਦੇ ਜਿਹੜੇ ਤਾਜ਼ਾ ਫੈਸਲੇ ਲਏ ਗਏ ਨੇ ਉਹਨਾਂ ਬਾਰੇ ਲੋਕ ਕੀ ਸੋਚਦੇ ਨੇ ਤੇ ਕਿਸ ਤਰ੍ਹਾਂ ਕਾਰੋਬਾਰ ਪ੍ਰਭਾਵਿਤ ਹੋ ਰਹੇ ਨੇ, ਇਸ ਨੂੰ ਲੈ ਕੇ ਅੱਜ ਅਸੀਂ ਲੋਕਾਂ ਨਾਲ ਗੱਲਬਾਤ ਕਰਾਂਗੇ। ਆਓ ਫਿਰ ਚੱਲਦੇ ਹਾਂ। ਸੋ ਅਸੀਂ ਮੋਹਾਲੀ 7 ਫੇਸ ਮਾਰਕੀਟ ਦੇ ਵਿੱਚ ਪੁੱਜੇ ਹਾਂ ਤੇ ਮਾਰਕੀਟ ਦੇ ਪ੍ਰਧਾਨ ਨੇ ਗੁਰਮੁਖ ਸਿੰਘ ਵਾਲੀਆ ਤੇ ਜਪ ਸਟੱਡੀ ਅਬਰੋਡ ਦੇ ਵੀ ਮਾਲਕ ਨੇ। ਉਹਨਾਂ ਨਾਲ ਗੱਲਬਾਤ ਕਰਾਂਗੇ। ਸੋ ਸਰ, ਤੁਹਾਨੂੰ ਕੀ ਲੱਗਦਾ ਹੈ ਕਿ ਕਰੋਨਾ ਨੂੰ ਲੈ ਕੇ ਸਰਕਾਰ ਨੇ ਹੁਣ ਤੱਕ ਜੋ ਕਦਮ ਚੁੱਕੇ ਨੇ, ਕੰਮ ਧੰਦਿਆਂ ਨੂੰ ਲੈ ਕੇ ਜੋ ਫੈਸਲੇ ਲਏ ਨੇ, ਉਹਨਾਂ ਨੂੰ ਤੁਸੀਂ ਕਿਸ ਨਜ਼ਰੀਏ ਨਾਲ ਦੇਖਦੇ ਹੋ? ਦੇਖੋ ਜੀ, ਅਸੀਂ ਤੁਹਾਡੇ ਚੈਨਲ ਦੇ ਥਰੂ ਸਰਕਾਰ ਜੋ ਫੈਸਲੇ ਲੈ ਰਹੀ ਹੈ ਉਹਨਾਂ ਦੀ ਆਪਣੀ ਸੋਚ ਹੈ ਨਾ। ਮੈਂ ਵੀ ਕੈਪਟਨ ਸਾਹਿਬ ਦੀ ਸਪੀਚ ਸੁਣੀ ਸੀ। ਉਹਨਾਂ ਨੂੰ ਵੀ ਚਲੋ ਬੜੀ ਟੈਨਸ਼ਨ ਹੈ ਵੀ ਆਪਣੇ ਕਰੋਨਾ ਜਿਸ ਹਿਸਾਬ ਨਾਲ ਵੱਧ ਰਿਹਾ ਵੀ ਸਾਡੇ ਪੰਜਾਬ ਦਾ ਜਾਂ ਸਾਡੇ ਨੌਜਵਾਨ ਪੀੜ੍ਹੀ ਦਾ ਜਾਂ ਬਜ਼ੁਰਗਾਂ ਦਾ ਨੁਕਸਾਨ ਨਾ ਹੋਵੇ। ਪਰ ਗੱਲ ਕਿੱਥੇ ਹੁੰਦੀ ਹੈ, ਜਦੋਂ ਬੰਦਾ ਹਾਈ ਲੈਵਲ 'ਤੇ ਪਹੁੰਚ ਜਾਂਦਾ ਉਹਨੂੰ ਛੋਟੇ ਲੈਵਲ ਦਾ ਨਾ ਮਹਿਸੂਸ ਨਹੀਂ ਹੁੰਦਾ ਵੀ ਕੀ ਚੱਲ ਰਿਹਾ ਹੈ ਨਾ। ਪਰ ਚਲੋ ਸਾਨੂੰ ਪਤਾ ਹੈ ਸਰਕਾਰਾਂ ਸੋਚਦੀਆਂ, ਪਰ ਜਿਹੜਾ ਸਾਡੇ ਵਰਗਾ ਬਿਜ਼ਨਸਮੈਨ ਹੈ, ਚਾਹੇ ਦੁਕਾਨਦਾਰ ਹੈ, ਚਾਹੇ ਕੋਈ ਹੋਟਲ ਦਾ ਮਾਲਕ ਹੈ, ਚਾਹੇ ਕੋਈ ਮੈਰਿਜ ਪੈਲੇਸ ਦਾ ਮਾਲਕ ਹੈ, ਅੱਜ ਦੇ ਟਾਈਮ 'ਚ ਇੰਨੇ ਬੁਰੇ ਹਾਲ ਹੋ ਚੁੱਕੇ ਨੇ ਤੁਹਾਨੂੰ ਅਸੀਂ ਦੱਸ ਨਹੀਂ ਸਕਦੇ। ਠੀਕ ਹੈ, ਦੇਖੋ ਮਾਰਕੀਟ ਦੇ ਵਿੱਚ ਜਦੋਂ ਗਰਮੀ ਦਾ ਮੌਸਮ ਹੈ, ਜਿਵੇਂ ਅੱਜ ਕੱਲ੍ਹ ਲੋਕ ਪਹਿਲਾਂ ਤਾਂ ਬੱਚਿਆਂ ਨੂੰ ਔਨਲਾਈਨ ਕਲਾਸਾਂ ਲਵਾਉਂਦੇ ਹੈ, 1-2 ਵਜੇ ਉਹ ਫ੍ਰੀ ਹੁੰਦੇ ਆ, ਫਿਰ ਬੱਚੇ ਜਾਂ ਪੇਰੈਂਟਸ ਘੰਟਾ 2 ਘੰਟਾ ਰੈਸਟ ਕਰਦੇ ਹੈ। ਜਦੋਂ ਰੈਸਟ ਕਰਦੇ ਆ ਟਾਈਮ ਹੋ ਜਾਂਦਾ 5-6 ਵਜੇ ਉਹ ਉੱਠਦੇ ਆ, ਫਿਰ ਉਹਨਾਂ ਨੇ ਮਾਰਕੀਟ ਦੇ ਵਿੱਚ ਸੋਚਦੇ ਆ ਚਲੋ ਕੋਈ ਸ਼ਾਪਿੰਗ ਕਰੇ ਆਈਏ ਜਾਂ ਮਾੜਾ ਮੋਟਾ ਕੁਛ ਲਿਆਈਏ। ਪਹਿਲੀ ਗੱਲ ਤਾਂ ਕਰੋਨਾ ਤੋਂ ਡਰਦੇ ਮਾਰੇ ਉਹ ਆਉਂਦੇ ਨਹੀਂ ਹੈਗੇ। ਜੇ ਆਉਂਦੇ ਨੇ 6 ਵਜੇ ਨਿਕਲਦੇ ਆ, 6:30 ਵਜੇ ਮਾਰਕੀਟ 'ਚ ਨਿਕਲਦੇ ਆ, ਜਦ ਨੂੰ ਸ਼ੋਰੂਮ ਬੰਦ ਹੋ ਜਾਂਦੇ ਆ ਨਾ। ਉਹਦੇ ਨਾਲ ਕੀ ਹੈ ਵੀ ਬਹੁਤ ਜ਼ਿਆਦਾ ਜਿਹੜੇ ਦੁਕਾਨਦਾਰ ਨੇ ਉਹਨਾਂ ਦਾ ਬਹੁਤ ਜ਼ਿਆਦਾ ਨੁਕਸਾਨ ਹੋ ਰਿਹਾ ਹੈ। ਮੈਂ ਖੁਦ ਆਪ 7 ਫੇਸ ਦੀ ਮਾਰਕੀਟ ਦਾ ਪ੍ਰੈਜ਼ੀਡੈਂਟ ਹੋਣ ਦੇ ਨਾਤੇ ਅਸੀਂ ਕਮੇਟੀ ਵਾਲੇ ਵੀ ਆਉਂਦੇ ਆ, ਪੁਲਿਸ ਵਾਲੇ ਵੀ ਆਉਂਦੇ ਆ ਬੰਦ ਕਰਾਉਣ, ਤੇ ਉਹਨਾਂ ਨੂੰ ਰਿਕੁਐਸਟ ਕਰਦੇ ਆ ਵੀ ਪਲੀਜ਼ ਦੁਕਾਨਦਾਰ ਇੰਨਾ ਜ਼ਿਆਦਾ ਫਸ ਚੁੱਕਿਆ ਹੈ ਰੈਂਟਾਂ ਦੇ ਵਿੱਚ। ਦੇਖੋ ਕਈਆਂ ਨੇ ਰੈਂਟ ਨਹੀਂ ਦਿੱਤਾ, ਉਹਨਾਂ ਦੇ 10-10 ਲੱਖ ਰੁਪਇਆ ਰੈਂਟ ਖੜ ਚੁੱਕਿਆ ਹੈ। ਜੇ ਮਾਲਕ ਅੱਜ ਰੈਂਟ ਨਹੀਂ ਲਏਗਾ ਤਾਂ ਕੱਲ੍ਹ ਤਾਂ ਮੰਗੇਗਾ ਹੀ ਮੰਗੇਗਾ ਉਹ ਨਾ। ਇਸ ਕਰਕੇ ਕਲਾਇੰਟ ਵੀ ਨਹੀਂ ਹੋ ਰਿਹਾ, ਦੁਕਾਨਾਂ ਵੀ ਪ੍ਰੋਪਰ ਨਹੀਂ ਖੁੱਲ੍ਹ ਰਹੀਆਂ, ਸੇਲ ਨਹੀਂ ਹੋ ਰਹੀ। ਇਹਦੇ ਨਾਲ ਨੁਕਸਾਨ ਸਾਰਾ ਕਿਸ ਦਾ ਹੋ ਰਿਹਾ? ਆਮ ਇਨਸਾਨ ਦਾ ਹੋ ਰਿਹਾ, ਦੁਕਾਨਦਾਰ ਦਾ ਹੋ ਰਿਹਾ। ਜਿਹੜੇ ਵੱਡੇ ਅਮੀਰ ਲੋਕ ਨੇ ਜਾਂ ਜਿਨ੍ਹਾਂ ਦੇ ਤਕੜੇ ਬਿਜ਼ਨਸ ਨੇ ਜਾਂ ਚਲੋ ਜਿਹੜੇ ਹਾਈ ਲੈਵਲ ਦੇ ਬੰਦੇ ਆ ਉਹਨਾਂ ਨੂੰ ਇਹ ਚੀਜ਼ਾਂ ਮਹਿਸੂਸ ਨਹੀਂ ਹੋ ਰਹੀਆਂ। ਸੋ ਅਸੀਂ ਦੇਖੋ ਇੱਕ ਗੱਲ ਅਸੀਂ ਮੰਗ ਕਰਦੇ ਹਾਂ ਵੀ ਜਿਹਨੂੰ ਕਰੋਨਾ, ਦੇਖੋ ਜੇ ਦੁਕਾਨ ਤੁਸੀਂ 6 ਵਜੇ ਤੱਕ ਖੋਲ੍ਹੀ ਹੈ, ਜਿਹਨੂੰ ਹੋਣਾ ਹੈ ਉਹਨੂੰ 6 ਵਜੇ ਤੱਕ ਵੀ ਹੋ ਜਾਣਾ। ਜੇ ਤੁਸੀਂ ਦੁਕਾਨਾਂ ਦਾ 9-10 ਵਜੇ ਤੱਕ ਟਾਈਮ ਦਿੰਦੇ ਹੋ
ਤਾਂ ਹੋ ਸਕਦਾ ਲੋਕ ਭੱਜ ਨੱਠ ਨਾ ਕਰਨ। ਲੋਕ ਜਿਹੜੀ ਦੁਪਹਿਰ ਹੈ ਉਹ ਏਸੀਆਂ ਦੇ ਥੱਲੇ ਕੱਟਦੇ ਆ, ਔਰ ਜ਼ਿਆਦਾਤਰ ਚਾਹੇ ਬਜ਼ੁਰਗ ਹੈ, ਚਾਹੇ ਜਵਾਨ ਹੈ, ਚਾਹੇ ਕੁੜੀਆਂ ਮੁੰਡੇ ਹੈ, ਸੌਂ ਕੇ ਕੱਟਦੇ ਆ। ਉਹ ਵੀ ਦੁਪਹਿਰੇ ਨਹੀਂ ਨਿਕਲਣਾ ਵੀ ਸਾਡੇ ਸਕਿਨ ਤੇ ਅਸਰ ਹੋਊਗਾ। ਮੈਂ ਤੁਹਾਡੇ ਚੈਨਲ ਦੇ ਥਰੂ ਸਗੋਂ ਰਿਕਵੈਸਟ ਕਰੂੰਗਾ ਵੀ ਦੁਕਾਨਾਂ ਨੂੰ ਜਲਦੀ ਜ਼ਿਆਦਾ ਟਾਈਮ ਲਈ ਖੋਲੋ। ਇੱਕ ਬਿਜ਼ਨਸਮੈਨ ਹੈ, ਦੁਕਾਨਦਾਰ ਹੈ, ਜਿਹੜਾ ਵੀ ਉਹਨੂੰ ਜ਼ਿਆਦਾ ਟਾਈਮ ਦਿਓ, ਪਰ ਉਹਨੂੰ ਕਹੋ ਵੀ ਜਿਹੜਾ ਤੁਹਾਡੀ ਦੁਕਾਨ 'ਚ ਆਉਂਦਾ ਉਹਨੂੰ ਮਾਸਕ ਲਾ ਕੇ, ਜੇ ਨਹੀਂ ਹੈਗਾ ਤਾਂ ਦੇ ਦਿਓ, ਡਿਸਟੈਂਸ ਰੱਖੋ, ਬਹੁਤ ਹੋਰ ਚੀਜ਼ਾਂ ਦਾ ਸੈਨੀਟਾਈਜ਼ਰ ਰੱਖੋ। ਬਹੁਤ ਚੀਜ਼ਾਂ ਨੇ ਜਿਹਦੇ ਨਾਲ ਆਪਾਂ ਡਿਸਟੈਂਸ ਰੱਖ ਕੇ ਦੁਕਾਨ ਨੂੰ, ਜੇ 5 ਕਲਾਇੰਟ ਨੇ ਤਾਂ ਉਹਨੂੰ ਇੱਕ ਇੱਕ ਕਰਕੇ ਅਟੈਂਡ ਕਰੋ, ਤਾਂ ਜੋ ਅਸੀਂ ਕਰੋਨਾ ਤੋਂ ਬਚ ਸਕੀਏ, ਪਰ ਸਾਡੇ ਬਿਜ਼ਨਸ ਨਾ ਡੁੱਬਣ। ਇਸ ਤਰੀਕੇ ਨਾਲ ਕੋਈ ਇਹਨਾਂ ਨੂੰ ਕਾਨੂੰਨ ਬਣਾਉਣਾ ਚਾਹੀਦਾ ਹੈ। ਭਾਜੀ ਕੀ ਕੰਮ ਕਰਦੇ ਤੁਸੀਂ? ਮੈਂ ਜੀ ਇੱਕ ਛੋਟਾ ਇਲੈਕਟ੍ਰੀਸ਼ੀਅਨ ਹਾਂ ਜੀ। ਜੀ ਸੋ ਕਰੋਨਾ ਵਾਇਰਸ ਨੂੰ ਲੈ ਕੇ ਸਰਕਾਰ ਨੇ ਕੁਝ ਫੈਸਲੇ ਲਏ ਨੇ, ਤੇ ਉਹ ਫੈਸਲਿਆਂ ਦੇ ਨਾਲ ਤੁਹਾਡਾ ਕਾਰੋਬਾਰ ਕਿਵੇਂ ਚੱਲ ਰਿਹਾ? ਕਾਰੋਬਾਰ ਪ੍ਰਭਾਵਿਤ ਹੋਇਆ? ਫੈਸਲਿਆਂ ਨਾਲ ਸੰਤੁਸ਼ਟ ਹੋ ਜਾਂ ਨਹੀਂ ਹੋ? ਸਰਕਾਰ ਦੇ ਫੈਸਲਿਆਂ ਨਾਲ ਅਸੀਂ ਬਿਲਕੁਲ ਸੰਤੁਸ਼ਟ ਨਹੀਂ ਹੈਗੇ ਜੀ। ਜਿੰਨੇ ਵੀ ਦੁਕਾਨਦਾਰ ਆ, ਸਾਡਾ ਬਹੁਤ ਜ਼ਿਆਦਾ ਨੁਕਸਾਨ ਹੋ ਰਿਹਾ, ਬਹੁਤ ਹੀ ਜ਼ਿਆਦਾ ਪ੍ਰਭਾਵਿਤ ਹੋ ਰਹੇ ਆ। ਬਾਰ-ਬਾਰ ਦੁਕਾਨਾਂ ਬੰਦ ਕਰਾ ਰਹੇ ਨੇ। ਸ਼ਨੀ ਐਤਵਾਰ ਦਾ ਲੋਕਡਾਊਨ ਲਾਇਆ, ਬਗੈਰ ਕਿਸੇ ਵਪਾਰ ਮੰਡਲ ਦੇ ਨਾਲ ਘੱਟੋ ਘੱਟ ਮੀਟਿੰਗ ਹੋਣੀ ਚਾਹੀਦੀ ਸੀ। ਮਤਲਬ ਇੰਨਾ ਪ੍ਰਭਾਵਿਤ ਹੋ ਰਿਹਾ ਕਿ ਬੱਚੇ ਪਾਲਣੇ ਮੁਸ਼ਕਲ ਹੋ ਰਹੇ ਨੇ ਇਸ ਵੇਲੇ। ਜੀ। ਸਰਕਾਰ ਸ਼ਨੀ ਐਤਵਾਰ ਠੇਕੇ ਤਾਂ ਖੋਲ੍ਹ ਦਿੰਦੀ ਹੈ, ਮਤਲਬ ਕਿ ਆਪਣਾ ਰੁਜ਼ਗਾਰ ਚਲਾਉਣ ਵਾਸਤੇ ਉਹਨਾਂ ਕੋਲ ਸਭ ਕੁਝ ਹੈ। ਤੇ ਜਿਹੜੇ ਦੁਕਾਨਦਾਰ ਨੇ, ਛੋਟੇ ਛੋਟੇ ਦੁਕਾਨਦਾਰ ਹੈ, ਜਿਹੜੇ ਗੁਜ਼ਾਰਾ ਕਰ ਰਹੇ ਨੇ, ਜਿਹਨਾਂ ਦੇ ਬਿਜਲੀ ਦੇ ਬਿੱਲ ਹੀ ਇੰਨੇ ਆ ਰਹੇ ਨੇ, ਮਤਲਬ ਕਿ ਕਹਿ ਨਹੀਂ ਸਕਦੇ ਜੀ। 30-30 ਹਜ਼ਾਰ ਰੁਪਏ, ਕਿਤੇ 40-40 ਹਜ਼ਾਰ ਰੁਪਏ, 25-25 ਹਜ਼ਾਰ ਰੁਪਏ ਬਿੱਲ ਆ ਰਿਹਾ। ਦੁਕਾਨਦਾਰਾਂ ਨੇ ਕਿਰਾਏ ਤੇ ਦੁਕਾਨਾਂ ਲਈਆਂ ਹੋਈਆਂ, ਕਿਰਾਇਆ ਨਹੀਂ ਨਿਕਲ ਰਿਹਾ, ਰੋਟੀ ਖਰਚਾ ਨਹੀਂ ਨਿਕਲ ਰਿਹਾ, ਉੱਪਰੋਂ ਮਹਿੰਗਾਈ ਦੀ ਮਾਰ ਵੱਖਰੀ, ਕਰੋਨੇ ਦੀ ਮਾਰ ਵੱਖਰੀ, ਸਰਕਾਰ ਦੀ ਮਾਰ ਵੱਖਰੀ। ਇਹਨਾਂ ਨੂੰ ਆਪਣੇ ਵਾਸਤੇ ਤਾਂ ਬਹੁਤ ਕੁਝ ਚਾਹੀਦਾ, ਇਧਰੋਂ ਕਮਾ ਲਓ, ਇਧਰੋਂ ਕਮਾ ਲਓ, ਉਧਰੋਂ ਲੁੱਟ ਲਓ, ਇਧਰੋਂ ਲੁੱਟ ਲਓ। ਤੇ ਜਿਹੜੇ ਆਮ ਜਿਹੜੀ ਜਨਤਾ ਹੈਗੀ ਹੈ, ਜਿਹੜੀ ਵਿਚਾਰੀ ਛੋਟੇ ਛੋਟੇ ਕੰਮ ਕਰਦੀ ਆ, ਜਿਵੇਂ ਅਸੀਂ ਮਕੈਨਿਕ ਆ ਜਾਂ ਕੋਈ ਹੋਰ ਆ, ਜਾਂ ਕੋਈ ਛੋਟਾ ਮੋਟਾ ਕੱਪੜੇ ਦਾ ਵਪਾਰੀ ਆ, ਜੇ ਅਗਰ ਲੋਕਡਾਊਨ ਇਹਨਾਂ ਨੇ ਲਗਾਉਣਾ ਹੀ ਹੈ ਤਾਂ ਫਿਰ ਪ੍ਰੋਪਰ ਲਗਾ ਦੇਣ, ਬੰਦ ਹੀ ਕਰ ਦੇਣ ਬਿਲਕੁਲ। ਜੇ ਹਫ਼ਤੇ 'ਚ 2 ਵਾਰ ਦੁਕਾਨਾਂ ਖੋਲ੍ਹਣੀਆਂ ਤਾਂ ਮਤਲਬ ਕੀ ਬਣਦਾ? ਤੁਹਾਨੂੰ ਕੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ? ਮੁਸ਼ਕਲਾਂ ਤਾਂ ਦੇਖੋ ਜੀ, ਉਹ ਤਾਂ ਸਭ ਨੂੰ ਹੀ ਸੀਗੀਆਂ, ਸਾਡੇ ਇਕੱਲੇ ਵਾਸਤੇ ਨਹੀਂ, ਮੁਸ਼ਕਲਾਂ ਸਭ ਨੂੰ ਹੀ ਸੀਗੀਆਂ। ਸਭ ਨੇ ਮੁਸ਼ਕਲਾਂ ਦਾ ਸਾਹਮਣਾ ਕੀਤਾ ਹੀ ਹੈ, ਅਸੀਂ ਵੀ ਕੀਤਾ। ਅਸੀਂ ਵੀ ਬਈ ਦੇਖੋ ਜਿੱਦਾਂ ਜੋ ਸਭ ਨੇ ਕੀਤਾ ਕਰਦੇ ਰਹੇ ਲੋਕ। ਮੁਲਾਜ਼ਮਾਂ ਨੂੰ ਤਨਖਾਹਾਂ ਦੇਣ ਦੇ ਵਿੱਚ ਦਿੱਕਤ ਆਈ ਤੁਹਾਨੂੰ? ਫਿਰ ਦਿੱਕਤ ਤਾਂ ਸਾਨੂੰ ਆਏਗੀ ਜੀ, 10-10 ਬੰਦੇ ਰੱਖੇ ਹੋਏ ਆ, ਤਨਖਾਹ ਤਾਂ ਦੇਣੀ ਪੈਂਦੀ ਹੈ ਜੀ। ਉਹਦੇ ਕਰਕੇ ਸਰਕਾਰ ਨੂੰ ਕੀ ਅਪੀਲ? ਕੀ ਹੁਣ ਅਸੀਂ ਦੱਸ ਸਕਦੇ ਹਾਂ ਜੀ ਉਹਦੇ ਬਾਰੇ? ਹੁਣ ਤਾਂ ਮਾਰਕੀਟ ਬਈ ਹੁਣ ਦੇਖੋ, ਸਰਕਾਰ ਨੂੰ ਸੋਚਣਾ ਚਾਹੀਦਾ ਥੋੜ੍ਹਾ ਜਿਹਾ ਬਈ, ਥੋੜ੍ਹਾ ਜਿਹਾ ਟਾਈਮ ਸਾਡਾ ਜੇ ਸਵੇਰ ਦਾ ਘਟਾ ਕੇ, ਸਵੇਰ ਦਾ ਭਾਵੇਂ 10 ਵਜੇ ਕਰ ਦਿਓ, ਸ਼ਾਮ ਦਾ ਟਾਈਮ ਸਾਡਾ ਵਧਾਉਣ ਥੋੜ੍ਹਾ ਜਿਹਾ। ਜੀ। ਤੇ ਕਰੋਨਾ ਕਰਕੇ ਜਿਹੜੇ ਦੁਕਾਨਾਂ ਖੋਲ੍ਹਣ ਤੇ ਬੰਦ ਕਰਨ ਦਾ ਸਰਕਾਰ ਨੇ ਫੈਸਲਾ ਲਿਆ, ਟਾਈਮ ਨਿਰਧਾਰਿਤ ਕੀਤਾ ਗਿਆ, ਉਹ ਤੁਹਾਨੂੰ ਲੱਗਦਾ ਠੀਕ ਟਾਈਮ ਹੈ ਜਾਂ ਕੁਝ ਸਰਕਾਰ ਨੂੰ ਹੋਰ ਕੁਝ ਸੋਚਣਾ ਚਾਹੀਦਾ? ਬਹੁਤ ਜ਼ਿਆਦਾ ਗਲਤ ਹੈ। ਕੀ ਟਾਈਮ ਹੋਣਾ ਚਾਹੀਦਾ? ਕਮ ਸੇ ਕਮ 9 ਵਜੇ ਤੱਕ ਤਾਂ ਹੋਣਾ ਚਾਹੀਦਾ, 8-9 ਵਜੇ ਤੱਕ। ਸਵੇਰੇ 9 ਵਜੇ ਤੋਂ ਲੈ ਕੇ ਰਾਤੀ ਨੂੰ? ਹਾਂ, ਸ਼ਾਮ ਨੂੰ ਤਾਂ ਕਸਟਮਰ ਆਉਂਦਾ ਜੀ। ਤੇ ਵੀਕਐਂਡ ਤੇ ਕਿਹਾ ਕਿ ਦੁਕਾਨਾਂ ਖੋਲ੍ਹ ਨਹੀਂ ਸਕਦੇ ਤੇ ਕਰਫਿਊ ਰਹੇਗਾ, ਜਿਵੇਂ ਸ਼ਨੀਵਾਰ ਤੇ ਐਤਵਾਰ ਆਉਂਦਾ ਹੈ, ਤੇ ਕਿਉਂਕਿ ਜਿਸ ਦਿਨ ਬੰਦੇ ਨੂੰ ਛੁੱਟੀ ਹੁੰਦੀ ਹੈ ਗੱਡੀ ਤਾਂ ਉਸ ਦਿਨ ਹੀ ਬੰਦਾ ਠੀਕ ਕਰਵਾਉਂਦਾ ਹੈ, ਤੇ ਇਸ ਨਾਲ ਵੀ ਤੁਹਾਡਾ ਕੰਮ ਪ੍ਰਭਾਵਿਤ ਹੋ ਰਿਹਾ? ਕੰਮ ਹੈ ਹੀ ਨਹੀਂ ਜੀ ਮਾਰਕੀਟ 'ਚ, ਇਸ ਕਰਕੇ ਬਹੁਤ ਪ੍ਰਭਾਵ ਪਿਆ ਸਾਨੂੰ। ਤੁਸੀਂ ਕੀ ਕੰਮ ਕਰਦੇ ਹੋ ਭਾਜੀ? ਆਪਣਾ ਗੱਡੀਆਂ ਦਾ ਕਾਰ ਏਸੀ ਦਾ ਕੰਮ ਹੈ। ਕਾਰ ਏਸੀ ਦਾ ਕੰਮ। ਤੇ ਸਰਕਾਰ ਨੇ ਜਿਹੜੇ ਫੈਸਲੇ ਲਏ ਨੇ ਕਰੋਨਾ ਨੂੰ ਲੈ ਕੇ, ਕੰਮ ਪ੍ਰਭਾਵਿਤ ਹੋ ਰਿਹਾ ਉਸ ਨਾਲ? ਹਾਂਜੀ, ਬਹੁਤ ਪ੍ਰਭਾਵਿਤ ਹੈ ਜੀ। ਗੱਡੀ ਕੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ? ਗੱਡੀ ਖੋਲ੍ਹਣੀ ਹੁੰਦੀ ਇੰਨੇ ਤੇ ਟਾਈਮ ਬੰਦ ਕਰਨ ਦਾ ਆ ਜਾਂਦਾ। ਤੇ ਨਹੀਂ, ਜੇ ਤੁਸੀਂ ਗੱਡੀ ਆਪਣੀ ਦੁਕਾਨ ਬੰਦ ਨਹੀਂ ਕਰਦੇ ਫਿਰ ਕੋਈ ਤੰਗ ਕਰਦਾ ਤੁਹਾਨੂੰ? ਤੰਗ ਫਿਰ ਪੁਲਿਸ ਵਾਲੇ ਬੰਦ ਕਰਾ ਦੇਣੀ, ਕੱਲ ਵੀ ਆਏ ਹੋਏ ਸੀ ਜੀ। ਅੱਛਾ। ਹਾਂਜੀ, ਉਹ 6 ਵਜੇ ਤੋਂ ਬਾਅਦ ਬੰਦ ਕਰਾ ਦੇਣੀ। 6 ਵਜੇ ਤੋਂ ਬਾਅਦ ਦੁਕਾਨਾਂ ਬੰਦ ਕਰ ਦਿੰਦੇ ਜਦੋਂ ਗੱਡੀ ਬੰਦ ਬਾਈ ਬੰਦ ਖੋਲੋ ਦੂਜੇ ਮਤਲਬ ਜੇ ਤੁਸੀਂ ਕਿਸੇ ਬੰਦੇ ਕਸਟਮਰ ਦੀ ਗੱਡੀ ਠੀਕ ਕਰ ਰਹੇ ਹੋ ਤੇ ਉਹ 6 ਵਜੇ ਤੱਕ ਨਹੀਂ ਠੀਕ ਹੁੰਦੀ? ਫਿਰ ਅਗਲੇ ਦਿਨ ਕਰਨੀ ਪੈਂਦੀ, ਸਾਨੂੰ ਮੁਸ਼ਕਲ ਆਉਂਦੀ ਹੈ ਜੀ, ਫਿਰ ਰਾਤ ਨੂੰ ਖੜੀ ਕਰਨੀ ਪੈਂਦੀ ਜੀ। ਮੇਰਾ ਤਾਂ ਐਸੈਂਸ਼ੀਅਲ ਅਕੋਮੋਡਿਟੀਜ਼ ਦਾ ਹੈਗਾ। ਅੱਛਾ। ਤੇ ਕਰੋਨਾ ਕਰਕੇ ਪ੍ਰਭਾਵਿਤ ਹੋਇਆ ਕੰਮ ਤੁਹਾਡਾ? ਨਹੀਂ, ਸਾਡਾ ਐਸੈਂਸ਼ੀਅਲ ਅਕੋਮੋਡਿਟੀਜ਼ ਸੀਗੀਆਂ, ਉਹ ਸਾਰੀਆਂ ਖੁੱਲੀਆਂ ਰਹੀਆਂ ਤੇ ਉਹ ਸਾਰੀਆਂ ਚੱਲਦੀਆਂ ਆ। ਠੀਕ ਹੈ। ਇੱਕ ਐਸੈਂਸ਼ੀਅਲ ਕਮੋਡਿਟੀਜ਼ ਤੇ ਇੱਕ ਮੈਡੀਸਿਨ, ਇਹੀ ਦੋ ਚੱਲੇ ਸੀਗੇ ਟ੍ਰੇਡ। ਪਰ ਹਾਂ, ਤੁਹਾਡਾ ਕਰਫਿਊ ਤੇ ਜ਼ਿਆਦਾ ਅਸਰ ਨਹੀਂ ਪਿਆ ਇਸ ਕਰਕੇ? ਨਹੀਂ, ਮੈਨੂੰ ਨਹੀਂ ਪਿਆ ਹੈਗਾ। ਤੁਹਾਡਾ ਕੀ ਕੰਮ ਜੀ? ਮੈਨੂੰ ਰੈਡੀਮੇਡ ਦੀ ਦੁਕਾਨ ਹੈ ਜੀ। ਅੱਛਾ ਜੀ। ਤੇ ਸਰਕਾਰ ਨੇ ਸ਼ਨੀ ਤੇ ਐਤਵਾਰ ਨੂੰ ਦੁਕਾਨਾਂ ਬੰਦ ਰੱਖਣ ਦਾ ਕਹਿ ਕੇ ਟਾਈਮ ਹੀ ਨਿਰਧਾਰਿਤ ਕਰਤਾ ਕਿ 6-6:30 ਵਜੇ ਤੱਕ ਦੁਕਾਨਾਂ ਬੰਦ ਕਰ ਦਿਓ, ਉਸ ਨਾਲ ਕੰਮ ਪ੍ਰਭਾਵਿਤ ਹੋ ਰਿਹਾ? ਨਾ ਜੀ ਨਾ, ਕੁਛ ਨਹੀਂ, ਠੀਕ ਹੀ ਹੈ ਕੰਮ ਤਾਂ। ਕੰਮ ਠੀਕ ਚੱਲੀ ਜਾਂਦਾ? ਪਹਿਲੇ ਸ਼ਖਸ ਉਹ ਜਿਹੜੇ ਕਰੇ ਕੰਮ ਠੀਕ ਚੱਲ ਰਿਹਾ ਜੀ? ਕੋਈ ਫਰਕ ਨਹੀਂ ਪਿਆ ਸਾਨੂੰ ਤਾਂ, ਉੱਦਾਂ ਹੀ ਹੈ ਜੀ। ਪਹਿਲਾਂ ਵੀ ਪੌਂਬਾਰਾ ਸੀ, ਹੁਣ ਵੀ ਹੈ?
ਬਿਲਕੁਲ ਬਿਲਕੁਲ ਜਿਵੇਂ ਪਹਿਲੇ ਸੀ ਉਦਾਂ ਹੀ ਹੋਣਾ। ਚਲੋ ਇਹ ਤਾਂ ਬਹੁਤ ਵਧੀਆ ਗੱਲ ਹੈ। ਅਗਰ ਲਗਾ ਰਹੀ ਹੈਗੀ ਆ ਲਾਕਡਾਊਨ ਜਾਂ ਕਰਫਿਊ ਲਗਾ ਰਹੀ ਹੈ ਤੇ ਕਿਹਦੇ ਵਾਸਤੇ ਲਗਾ ਰਹੀ ਹੈ? ਤੁਹਾਡੇ ਵਾਸਤੇ ਹੀ ਸਾਡੇ ਤੁਹਾਡੇ ਵਾਸਤੇ ਹੀ ਲੱਗ ਰਿਹਾ। ਹੁਣ ਜੇ ਸੈਚਰਡੇ ਸੰਡੇ ਤੁਸੀਂ ਕਹਿ ਰਹੇ ਹੋ ਸੈਚਰਡੇ ਸੰਡੇ ਬੰਦ ਹੈ, ਜੇ ਸੈਚਰਡੇ ਸੰਡੇ ਹੌਲੀਡੇ ਹੈਗੀ ਆ, ਹੌਲੀਡੇ ਹੋਣ ਕਰਕੇ ਸਾਰੀ ਦੁਨੀਆ ਬਾਹਰ ਨਿਕਲਦੀ ਹੈਗੀ ਹੈ, ਚਲੋ ਸ਼ਾਪਿੰਗ ਕਰ ਲਈਏ, ਇਹ ਕਰ ਲਈਏ, ਉਹ ਕਰ ਲਈਏ, ਤੇ ਉਸ ਕਰਾਊਡ ਨੂੰ ਕੰਟਰੋਲ ਕਰਨ ਵਾਸਤੇ ਹੈ। ਮੋਰ ਓਵਰ ਜਿਹੜਾ ਪ੍ਰਸ਼ਾਸਨ ਵੱਲੋਂ ਜਿਹੜੇ ਆਪਣਾ 7 ਵਜੇ ਤੋਂ ਲੈ ਕੇ ਸਵੇਰੇ 5 ਵਜੇ ਦਾ ਕਰਫਿਊ ਹੈ ਉਹਦੀ ਇੰਪਲੀਮੈਂਟੇਸ਼ਨ ਪ੍ਰੋਪਰ ਸਟ੍ਰਿਕਟਲੀ ਨਹੀਂ ਹੋ ਰਹੀ ਹੈਗੀ। ਉਹ ਤੁਸੀਂ ਅੱਜ ਵੀ 7 ਵਜੇ ਤੋਂ ਬਾਅਦ ਵੀ ਨਿਕਲ ਕੇ ਦੇਖ ਲਓ, ਉਦਾਂ ਹੀ ਟ੍ਰੈਫਿਕ ਘੁੰਮ ਰਿਹਾ ਹੈਗਾ। ਉਹ ਮੈਨੂੰ ਸਮਝ ਨਹੀਂ ਆਈ ਉਹ ਕਰਫਿਊ ਹੈ ਵੀ ਹੈ ਕਿ ਨਹੀਂ ਹੈ, ਕਿ ਕਾਗਜ਼ਾਂ 'ਚ ਹੀ ਦਿਖਾਇਆ ਹੋਇਆ 7 ਤੋਂ 5 ਦਾ ਜਿਹੜਾ ਕਰਫਿਊ ਹੈ। ਜੀ ਸੋ ਹੋਰ ਵੀ ਦਰਸ਼ਕਾਂ ਨਾਲ ਗੱਲ ਕਰਾਂਗੇ, ਆਓ ਚੱਲਦੇ ਹਾਂ। ਭਾਜੀ ਤੁਹਾਡਾ ਕੀ ਕੰਮ ਜੀ? ਆਪਣਾ ਜੀ ਢਾਬਾ ਜੀ। ਢਾਬਾ। ਤੇ ਕਰੋਨਾ ਕਰਕੇ ਸਰਕਾਰ ਨੇ ਜਿਹੜੇ ਫੈਸਲੇ ਲਏ ਨੇ ਦੁਕਾਨਾਂ ਖੋਲ੍ਹਣ ਤੇ ਬੰਦ ਕਰਨ ਦਾ ਸਮਾਂ ਨਿਰਧਾਰਿਤ ਕੀਤਾ ਹੈ, ਉਸ ਨਾਲ ਕੰਮ ਪ੍ਰਭਾਵਿਤ ਹੋ ਰਿਹਾ ਤੁਹਾਡਾ? ਨਾ ਜੀ ਸਰ, ਸਾਡਾ ਕਾਰੋਬਾਰ ਤਾਂ ਬਿਲਕੁਲ ਹੀ ਮਤਲਬ ਜਿੱਦਾਂ ਕਹਿ ਲਓ ਵੀ ਖਤਮ ਹੀ ਹੋ ਗਿਆ ਜੀ ਇੱਕ ਤਰ੍ਹਾਂ। ਮਤਲਬ ਕੁਝ ਵੀ ਨਹੀਂ ਰਿਹਾ ਜੀ ਕੰਮ ਹੁਣ। ਮਤਲਬ 1 ਰੁਪਏ ਵਿੱਚੋਂ 15-20 ਪੈਸੇ ਕੰਮ ਦਾ ਸੋਚ ਕੀ ਕਰੀਏ। ਸਾਡਾ ਆਪਣਾ ਵੀ ਮਤਲਬ ਰੋਟੀ ਨਹੀਂ, ਸਾਡੀ ਆਪਣੇ ਘਰ ਦੀ ਰੋਟੀ ਵੀ ਨਹੀਂ ਪੂਰੀ ਹੁੰਦੀ ਉਹ 'ਚ। ਨਹੀਂ ਕੰਮ ਪ੍ਰਭਾਵਿਤ ਹੋਣ ਦਾ ਤੁਹਾਡਾ ਵੱਡਾ ਕਾਰਨ ਕੀ ਹੈਗਾ, ਕੀ ਮੰਨਦੇ ਹੋ? ਮੰਨਦਾ ਦੇਖੋ ਜੀ, ਇੱਕ ਤਾਂ ਸਾਡਾ ਟਾਈਮ ਬੜਾ ਘੱਟ ਹੈ ਜੀ। ਹੁਣ ਸ਼ਾਮ ਨੂੰ ਮਤਲਬ 6:30-7 ਵਜੇ ਕੋਈ ਟਾਈਮ ਨਹੀਂ ਹੈ ਢਾਬਿਆਂ ਦੇ। ਦੇਖੋ ਲੋਕੀ ਤਕਰੀਬਨ 8 ਵਜੇ ਰੋਟੀ ਖਾਣ ਨੂੰ ਨਿਕਲਦੇ ਆ, 8:30 ਵਜੇ, 7:30 ਵਜੇ ਬਸ ਬੰਦ ਕਰਨ ਦਾ ਰੌਲਾ ਪੈ ਜਾਂਦਾ ਜੀ। ਉਸ ਤੋਂ ਬਾਅਦ ਸਾਡਾ ਜੋ ਵੀ ਸਾਰਾ ਹੀ ਨੁਕਸਾਨ ਹੋ ਜਾਂਦਾ, ਸਮਾਨ ਜਿੰਨਾ ਬਣਾਈਦਾ ਜੀ। ਕੀ ਮੰਗ ਕਰਦੇ ਸਰਕਾਰ ਤੋਂ? ਸਰਕਾਰ ਤੋਂ ਇਹੀ ਮੰਗ ਹੈ ਜੀ, ਦੇਖੋ ਮਤਲਬ ਜਿੱਦਾਂ ਤੁਸੀਂ ਹੁਣ ਕਰੋਨਾ ਵਾਇਰਸ ਦਾ ਜਿਹੜਾ ਦੌਰ ਚੱਲਿਆ ਹੋਇਆ, ਇਹਨੂੰ ਮਤਲਬ ਥੋੜ੍ਹਾ ਜਿਹਾ ਮਤਲਬ ਕਾਬੂ ਕੀਤਾ ਜਾਵੇ ਤਾਂ ਕਿ ਲੋਕਾਂ ਦੇ ਕਾਰੋਬਾਰ ਸਹੀ ਢੰਗ ਨਾਲ ਚੱਲ ਸਕੇ। ਦੇਖੋ ਇਹਦੇ ਨਾਲ ਕਾਰੋਬਾਰ 'ਤੇ ਬਹੁਤ ਬੁਰਾ ਅਸਰ ਪੈ ਰਿਹਾ। ਹਰ ਕੋਈ ਬੰਦਾ ਇਸ ਚੀਜ਼ ਤੋਂ ਬਹੁਤ ਪਰੇਸ਼ਾਨ ਹੈ ਜੀ, ਕਿਉਂਕਿ ਕਾਰੋਬਾਰ ਬਿਲਕੁਲ ਤੁਸੀਂ ਆਪ ਦੇਖੋ ਜੀ, ਪਹਿਲਾਂ 2-2.5-3 ਮਹੀਨੇ ਵੈਸੇ ਲਗਾਤਾਰ ਪ੍ਰੋਪਰ ਹੀ ਬੰਦ ਰਿਹਾ ਜੀ। ਉਸ ਤੋਂ ਬਾਅਦ ਫਿਰ ਮਤਲਬ ਹੁਣ ਉਹ ਕੰਮ, ਉਹਦੇ ਬਾਅਦ ਕੰਮ ਹੈ ਨਹੀਂ, ਬਿਲਕੁਲ ਹੀ ਜਿਵੇਂ ਜ਼ੀਰੋ ਹੋ ਗਿਆ ਸੀ। ਆ ਹੁਣ ਥੋੜ੍ਹਾ ਜਿਹਾ ਕੰਮ ਵਿੱਚ ਨੂੰ ਚੱਲਣ ਲੱਗਿਆ ਸੀ ਤਾਂ ਮਤਲਬ 8-8:30 ਵਜੇ 9 ਵਜੇ ਤੱਕ ਕਸਟਮਰ ਆ ਜਾਂਦੇ ਸੀ। ਹੁਣ ਫਿਰ ਇੱਕ ਜਿਹੜਾ ਸੈਚਰਡੇ ਸੰਡੇ ਦਾ ਇੱਕ ਹੋਰ ਪੰਗਾ ਪਾਤਾ, ਹੁਣ ਇਹ ਵੀ ਲੋਕਡਾਊਨ ਕਰਤਾ ਨਹੀਂ ਸੈਚਰਡੇ ਸੰਡੇ। ਇਹਦੇ ਨਾਲ ਜ਼ਿਆਦਾ ਜਿਹੜਾ ਕੰਮ ਚੱਲਿਆ ਸੀ ਉਹ ਫਿਰ ਦੁਬਾਰਾ ਕੰਮ ਉਸੇ ਲੈਵਲ ਤੇ ਆ ਗਿਆ, ਫਿਰ ਜਿੱਦਾਂ ਪਹਿਲਾਂ ਸੀ ਕੰਮ। ਢਾਬਾ ਚਲਾਉਣ ਲਈ ਕਈ ਕਾਮਿਆਂ ਦੀ ਲੋੜ ਹੁੰਦੀ ਹੈ, ਕਿਸੇ ਨੇ ਰੋਟੀਆਂ ਬਣਾਉਣੀਆਂ, ਕਿਸੇ ਨੇ ਦਾਲ ਸਬਜ਼ੀ ਬਣਾਉਣੀ ਹੈ, ਕਿਸੇ ਨੇ ਭਾਂਡੇ ਧੋਣੇ ਨੇ, ਕਿਸੇ ਨੇ ਸਰਵਿਸ ਦੇਣੀ ਹੁੰਦੀ ਹੈ ਲੋਕਾਂ ਨੂੰ। ਤੇ ਜਿਹੜੇ ਕਾਮੇ ਰੱਖੇ ਹੋਏ ਸੀ ਫਿਰ ਉਹਨਾਂ ਦੀ ਤਨਖਾਹਾਂ ਕੱਢਣ 'ਚ ਕੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਤੁਹਾਨੂੰ? ਉਹਦੇ ਨਾਲ ਵੀ ਬਹੁਤ ਸਾਹਮਣਾ ਕਰ ਰਿਹਾ ਸੀ। ਮਤਲਬ ਮੇਰੇ ਕੋਲ ਤੁਸੀਂ ਇਹ ਦੇਖੋ ਵੀ ਪਹਿਲਾਂ ਮਤਲਬ 6-7 ਬੰਦੇ ਮੇਰੇ ਕੋਲ ਕੰਮ ਕਰਦੇ ਸੀ, ਕਿਉਂਕਿ ਲੋਕਡਾਊਨ ਹੋ ਗਿਆ, ਬੰਦੇ ਸਾਰੇ ਆਪਣੇ ਘਰਾਂ ਨੂੰ ਚੱਲ ਗਏ। ਕੁਛ ਇੱਥੇ ਵਿਚਾਰੇ ਕੋਈ ਦਿਹਾੜੀ ਕਰਨ ਲੱਗ ਗਿਆ, ਕੋਈ ਕੁਝ ਕਰਨ ਲੱਗ ਗਿਆ। ਦੇਖੋ ਗੁਜ਼ਾਰਾ ਨਹੀਂ ਹੋ ਰਿਹਾ ਸੀ, ਅਗਲੇ ਵੀ ਵਿਹਲੇ ਬੈਠੇ ਸੀ, ਉਹਨਾਂ ਨੂੰ ਟਾਈਮ ਨਹੀਂ। ਦੇਖੋ ਬੱਚੇ ਨਾਲ ਉਹਨਾਂ ਦੇ ਘਰ ਬੱਚੇ ਨੂੰ ਵੀ ਜਵਾਕਾਂ ਨੂੰ ਰੋਟੀ ਖਾਣ ਨੂੰ ਉਹਨਾਂ ਕੋਲ ਪੈਸੇ ਨਹੀਂ ਸੀ। ਦੇਖੋ ਅਸੀਂ ਜਿੰਨੀ ਕਿ ਸਾਡੇ ਕੋਲ ਮਤਲਬ ਸਹਾਇਤਾ ਹੁੰਦੀ ਸੀ ਅਸੀਂ ਉਹਨਾਂ ਦੀ ਕਰਦੇ ਰਹੇ। ਮਤਲਬ ਰਾਸ਼ਨ ਪਾਣੀ ਥੋੜ੍ਹਾ ਬਹੁਤ ਦਿੰਦੇ ਰਹੇ, ਚੱਲ ਕੋਈ ਨਹੀਂ, ਵਿਚਾਰੇ ਗਰੀਬ ਬੰਦੇ, ਇਹਨਾਂ ਦਾ ਰੋਟੀ ਪਾਣੀ ਚੱਲੀ ਜਾਵੇ ਕਿਸੇ ਤਰੀਕੇ ਨਾਲ। ਤੇ ਹੁਣ ਦੇਖ ਲਓ ਜੀ, ਮਤਲਬ ਲੋਕਡਾਊਨ ਤੋਂ ਬਾਅਦ ਫਿਰ ਮਤਲਬ ਸਾਡਾ ਕੰਮ ਬਿਲਕੁਲ ਜ਼ੀਰੋ ਹੋ ਗਿਆ। ਤੁਸੀਂ ਦੇਖੋ ਯਕੀਨ ਕਰਨਾ ਸਰ, ਮੈਂ ਮਤਲਬ 2.5-3 ਮਹੀਨੇ ਬਾਅਦ ਜਦੋਂ ਦੁਕਾਨ ਤੇ ਆਇਆ, ਮੈਂ ਮਤਲਬ 250 ਰੁਪਏ 150-200 ਰੁਪਏ ਸੇਲ ਕੀਤੀ ਸਾਰੇ ਦਿਨ ਦੇ ਵਿੱਚ। ਦੱਸੋ ਮੈਂ ਮਤਲਬ 2 ਬੰਦੇ ਰੱਖੇ ਸੀ, ਇਹਨਾਂ ਨੂੰ ਤਨਖਾਹ ਦੇਣੀ ਹੈ 10,000 ਰੁਪਏ 9,000 ਰੁਪਏ, ਮੈਂ ਕਿੱਥੋਂ ਮਤਲਬ ਇਹਨਾਂ ਨੂੰ ਦੇਣੀ ਸੀ। ਇਸ ਕਰਕੇ ਮੈਂ ਬੰਦਾ 2 ਸੀ, ਇੱਕੋ ਹੀ ਸਰਵੈਂਟ ਰੱਖਿਆ। ਫਿਰ ਮੈਂ ਕਿਹਾ ਚਲੋ ਨਹੀਂ ਕੰਮ ਚੱਲਦਾ, ਹੁਣ ਜਿੱਦਾਂ ਉਸ ਹਿਸਾਬ ਨਾਲ ਚੱਲੀ ਆਪਾਂ। ਫਿਰ ਇੱਕ ਬੰਦੇ ਨਾਲ ਮੈਂ 10 ਦਿਨ ਤਾਂ ਮੈਂ ਮਤਲਬ ਸਰਵੈਂਟ ਵੀ ਕੋਈ ਨਹੀਂ ਰੱਖਿਆ। ਮੈਂ ਇੱਕ ਹਫ਼ਤਾ 10 ਦਿਨ 2-2.5 ਸੀ, ਮੈਂ ਕੀ ਸਰਵੈਂਟ ਨੂੰ ਦੇਵਾਂਗਾ, ਕੀ ਮੈਂ ਆਪਣਾ ਰਾਸ਼ਨ ਵੀ ਲਿਆਉਣਾ, ਉਹ 'ਚ ਮੈਂ ਕਿਆ ਬਚਾਉਣਾ, ਕਿਆ ਮੈਂ ਸਰਵੈਂਟ ਨੂੰ ਦੇਣਾ। ਮੈਂ ਮਤਲਬ ਮੈਂ 10-15 ਦਿਨ ਮੈਂ ਖੁਦ ਆਪ ਹੀ ਭਾਂਡੇ ਧੋਤੇ ਜੀ, ਬਸ ਮੈਂ ਆਪ ਹੀ ਕੰਮ ਕੀਤਾ। ਮੈਂ ਫਿਰ ਦੇਖਿਆ ਮਤਲਬ 500-600 ਰੁਪਏ ਸੇਲ ਹੋਣ ਲੱਗੀ। ਫਿਰ ਮੈਂ ਇੱਕ ਮੁੰਡੇ ਨੂੰ ਨਾਲ ਲੈ ਕੇ ਆਇਆ ਸਰਵੈਂਟ ਨੂੰ। ਫਿਰ ਹੌਲੀ ਹੌਲੀ ਹੁਣ 2 ਨੌਕਰ ਮੇਰੇ ਪਾਸ ਸਾਰੇ, ਬਸ ਮੈਂ ਇਹਨਾਂ ਨਾਲੇ ਬਸ ਮਾੜਾ ਮੋਟਾ ਕੰਮ ਚਲਾਇਆ ਭਾਜੀ। ਤੁਸੀਂ ਇਹ ਦੇਖ ਲਓ ਢਾਬਾ, ਇਸ ਢਾਬੇ ਦੇ ਉੱਤੇ ਇੰਨੀ ਭੀੜ ਹੁੰਦੀ ਸੀ ਕਿਸੇ ਟਾਈਮ ਕਿ ਰੋਟੀ ਖਾਣ ਲੱਗਿਆ ਲੋਕਾਂ ਨੂੰ ਉਡੀਕ ਕਰਨੀ ਪੈਂਦੀ ਸੀਗੀ ਤੇ ਵੇਟ ਕਰਨੀ ਪੈਂਦੀ ਸੀ। ਪਰ ਅੱਜ ਹੁਣ 6 ਵਜੇ ਨੂੰ ਕੁਝ ਸਮਾਂ ਹੀ ਰਹਿ ਗਿਆ ਤੇ ਦੁਕਾਨ ਬੰਦ ਕਰਨ ਦਾ ਵੇਲਾ ਆ ਗਿਆ। ਮਤਲਬ ਕਿ ਜਦੋਂ ਸ਼ਾਮ ਦੀ ਇੱਥੇ ਭੀੜ ਹੁੰਦੀ ਸੀ ਤੇ ਹੁਣ ਜਿਹੜੀ ਇਹਨਾਂ ਨੇ ਦਾਲ ਫੁਲਕਾ ਬਣਾਇਆ ਹੋਏਗਾ ਉਹ ਵੇਸਟ ਜਾਊਗਾ, ਕਿਉਂਕਿ ਲੋਕ ਆਉਣਗੇ ਨਹੀਂ ਤੇ ਖਾਣਗੇ ਕੀ ਗੇ। ਇਸ ਕਰਕੇ ਲੋਕਾਂ ਦੀ ਮੰਗ ਹੈਗੀ ਹੈ, ਦੁਕਾਨਦਾਰਾਂ ਦੀ ਮੰਗ ਹੈਗੀ ਹੈ ਕਿ ਜਿਹੜਾ ਦੁਕਾਨਾਂ ਦਾ ਸਮਾਂ ਹੈਗਾ ਉਹ ਵਧਾਇਆ ਜਾਣਾ ਚਾਹੀਦਾ ਹੈ, ਕਿਉਂਕਿ ਕਸਟਮਰ ਜਿਹੜਾ ਹੈਗਾ ਉਹ ਸ਼ਾਮ ਵੇਲੇ ਹੀ ਘਰਾਂ ਦੇ ਵਿੱਚੋਂ ਬਾਹਰ ਨਿਕਲਦਾ ਹੈ। ਤੇ ਜੋ 6 ਵਜੇ ਦੁਕਾਨਾਂ ਬੰਦ ਕਰਨਗੇ ਤੇ ਉਸ ਤੋਂ ਬਾਅਦ 7 ਵਜੇ ਤੱਕ ਦਾ ਜਿਹੜਾ ਕਰਫਿਊ ਲਾ ਦਿੱਤਾ ਜਾਊਗਾ ਤੇ ਉਹਨਾਂ ਨੂੰ ਵੱਡੀਆਂ ਮੁਸ਼ਕਲਾਂ ਦਾ ਜਿਹੜਾ ਸਾਹਮਣਾ ਕਰਨਾ ਪੈ ਰਿਹਾ। ਹੋਰ ਵੀ ਜਿਹੜੇ ਦਰਸ਼ਕ ਲੋਕ ਨੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ। ਤੁਹਾਡਾ ਕੀ ਕੰਮ ਅੰਕਲ ਜੀ? ਸਾਡਾ ਵੀ ਢਾਬਾ ਹੀ ਹੈ ਜੀ। ਢਾਬਾ ਤੇ ਤੁਹਾਡਾ ਵੀ ਕੰਮ ਪ੍ਰਭਾਵਿਤ ਹੋਏਗਾ ਕਾਫੀ? हाँ जी, काफ़ी जी, बहुत फर्क पड़ा काम पर जी। जैसे कि जहाँ सेल थी 5 की, अब वहाँ 1.25, 500। अब जब से ये शुरू करे ना कल परसों से, शनि एतवार की, जब 0/0 हो गया। ਕੀ ਸਰਕਾਰ ਨੂੰ ਮੰਗ ਅਪੀਲ ਕਰਦੇ ਹੋ? बस सरकार से मांग यही है कि हम रोटी का हिला गिला कोई करे ताकि हम कारोबार करें अपना।
जो टाइम मिलेगा मेरे को तो काम करने के लिए तभी काम करेंगे ना। अब शाम को 6 बजे कर देते हैं, भाई कर्फ्यू लग गया, कोई बंदा बाहर मत निकलना। अब जो बंदा बाहर ही नहीं निकलेगा तो यहाँ रोटी खाने कौन आएगा? और जो हमने सामान बनाया वो मेरा मिट्टी हो गया। कोयला गैस जो है उतना ही लगता है। कोयला जो है ना, एक तंदूर गर्म करते हैं ना, तो 1000 बंदे रोटी खा लें या एक खा लें, कोयला उतने लगना है। जो सब्जी बनाते हैं गैस उतनी लगनी है। ये सारा अपने समझो कि जेब से ही आ रहे हैं। ਕਿਉਂਕਿ ਹੁਣ ਸਮਾਂ ਵੀ ਜਿਹੜਾ ਹੈਗਾ 6 ਵਜੇ ਦੇ ਲਗਭਗ ਹੋਣ ਵਾਲਾ ਹੈਗਾ ਤੇ ਢਾਬਾ ਬੰਦ ਕਰਨ ਦਾ ਸਮਾਂ ਹੋ ਗਿਆ ਕਿ ਉਸ ਤੋਂ ਬਾਅਦ ਜੇ ਢਾਬਾ ਬੰਦ ਨਹੀਂ ਕਰਦੇ ਪੁਲਿਸ ਵਾਲੇ ਆ ਕੇ ਤੰਗ ਕਰਦੇ ਆ, ਕੋਈ ਹੋਰ ਲੋਕ ਤੰਗ ਕਰਦੇ ਆ ਫਿਰ ਤੁਹਾਨੂੰ? नहीं मेरे तत्काल तो हाँ सिर्फ PCR वाले जाते हैं ना, फलेंग वाले, वही करते हैं बंद करो बंद करो बंद करो बंद करो। ਸੋ ਮੁਸ਼ਕਲਾਂ ਦਾ ਸਾਹਮਣਾ ਕਰਨਾ। ਤੁਹਾਡਾ ਕੀ ਕੰਮ ਜੀ? जी मेरा कपड़ा सिलाई का काम है। ਕਪੜਾ ਸਿਲਾਈ ਦਾ। हाँ जी ਸੋ ਤੁਹਾਡਾ ਵੀ ਕੰਮ ਪ੍ਰਭਾਵਿਤ ਹੋਇਆ ਸਰਕਾਰ ਦੇ ਫੈਸਲੇ ਦੇ ਨਾਲ? सर काम हम तो बिल्कुल जैसे कि डाउन हो गया है, काम हम तो है नहीं। ऐसे आदमी बैठा हुआ है आके दिन भर बैठ के चला जाता है, ना कोई काम है ना कुछ है। पहले लोग शाम को निकलते थे घरों से कपड़े वपड़े सिलवाना, किसी को शाम को ही टाइम मिलता है ड्यूटी आने के बाद से। सर अभी तो कोई नहीं आ रहा है, ऐसे काम तो बिल्कुल बिल्कुल बिल्कुल। ਤੁਹਾਡਾ ਕੀ ਕੰਮ ਭਾਜੀ? ਫੋਟੋਗ੍ਰਾਫੀ ਦਾ ਕੰਮ ਹੈ ਜੀ। ਫੋਟੋਗ੍ਰਾਫੀ ਦਾ ਕੰਮ। ਮਾਸਕ ਤੁਸੀਂ ਲਾ ਲਓ ਪਲੀਜ਼। ਤੇ ਫੋਟੋਗ੍ਰਾਫੀ ਦਾ ਤੁਸੀਂ ਕੰਮ ਕਰਦੇ ਹੋ ਤੇ ਤੁਹਾਡਾ ਵੀ ਕੰਮ ਕਾਫੀ ਪ੍ਰਭਾਵਿਤ ਹੋਇਆ ਕਿਉਂਕਿ ਵਿਆਹ ਸਮਾਗਮਾਂ ਤੇ ਪਾਬੰਦੀ ਲੱਗੀ ਸੀ, ਘੱਟ ਬੰਦੇ ਲੈ ਕੇ ਜਾ ਸਕਦੇ ਹਨ ਤੇ ਕਿਵੇਂ ਦੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ? ਮੁਸ਼ਕਲਾਂ ਬਹੁਤ ਆ ਰਹੀਆਂ ਜੀ, ਪਰ ਗਵਰਨਮੈਂਟ ਕੁਝ ਨਹੀਂ ਕਰ ਰਹੀ। ਵੋਟਾਂ ਦੇ ਟਾਈਮ ਤਾਂ ਸਾਰੇ ਆਉਂਦੇ ਨੇ ਹਾਲ ਚਾਲ ਪੁੱਛਣ, ਹੁਣ ਤਾਂ ਕਿਸੇ ਨੇ ਪੁੱਛਿਆ ਵੀ ਨਹੀਂ। ਆਏ 5-6 ਮਹੀਨੇ ਦਾ ਬਿੱਲ ਵੀ ਪਿਆ, ਪੈਂਡਿੰਗ ਵਾਰ ਬੰਦ ਦੁਕਾਨਾਂ ਦੇ ਬਿੱਲ ਵੀ ਆ ਰਹੇ ਨੇ। ਗਵਰਨਮੈਂਟ ਕੋਈ ਸਹਾਇਤਾ ਨਹੀਂ ਦੇ ਰਹੀ ਤਾਂ ਕੋਈ ਫਾਇਦਾ ਨਹੀਂ ਹੈ। ਤੇ ਪ੍ਰਾਈਵੇਟ ਬੰਦਿਆਂ ਨੂੰ ਕੋਈ ਸਹੂਲਤ ਨਹੀਂ, ਗਵਰਨਮੈਂਟ ਵਾਲੇ ਬੰਦਿਆਂ ਨੂੰ ਸਹੂਲਤ ਸਾਰੀ ਦੇ ਰਹੀ ਹੈ। ਪ੍ਰਾਈਵੇਟ ਬੰਦੇ ਕਿੱਥੇ ਜਾਣ ਕਿੱਥੇ ਮਰਨ। ਤੁਸੀਂ ਫਿਰ ਹੁਣ ਕਿਉਂਕਿ ਕੰਮ ਧੰਦੇ ਫੋਟੋਗ੍ਰਾਫਰਾਂ ਦੇ ਵੀ ਬੰਦ ਪਏ ਹੋਏ ਨੇ ਤੇ ਅੱਗੇ ਕੀ ਤੁਹਾਨੂੰ ਨਜ਼ਰ ਆ ਰਿਹਾ ਕਿ ਕੀ ਕੁਝ ਹੋ ਸਕਦਾ ਹੈ? ਇਹ ਤਾਂ ਬਸ ਇਹ ਨਜ਼ਰ ਆ ਰਿਹਾ ਵੀ ਰੱਬ ਜਾਂ ਮੌਤ ਦੇ ਦੇ ਜਾਂ ਚੰਗੇ ਤਰੀਕੇ ਨਾਲ ਕਾਰੋਬਾਰ ਚਲਾਵੇ, ਨਹੀਂ ਤਾਂ ਉਸ ਤੋਂ ਵੱਧ ਕੁਝ ਨਹੀਂ ਦਿਖ ਰਿਹਾ ਸਾਨੂੰ। ਨਹੀਂ ਖੈਰ ਪੋਜ਼ਿਟਿਵ ਸੋਚੋ, ਸਭ ਕੁਝ ਚੰਗਾ ਹੀ ਹੋਏਗਾ। ਮਾੜੇ ਸਮੇਂ ਦੇ ਵਿੱਚ ਬੰਦਾ ਨਿਕਲ ਜਾਊਗਾ। ਸਰਕਾਰ ਨੂੰ ਕੀ ਮੰਗ ਕਰਨਾ ਚਾਹੁੰਦੇ ਹੋ? ਸਰਕਾਰਾਂ ਤੋਂ ਇਹ ਮੰਗਦਾ ਤੇ ਸਾਡੇ ਕਾਰੋਬਾਰ ਨੂੰ ਵੀ ਵੱਧ ਚੜ੍ਹ ਕੇ ਟਾਈਮਿੰਗ ਦਿਓ ਤੇ ਸਾਡੇ ਸਹੂਲਤਾਂ ਦਿਓ ਜਿਹੜੀਆਂ ਗਵਰਨਮੈਂਟ ਕਹਿ ਜਾਂਦੀਆਂ ਪਰ ਕਰਦੀਆਂ ਕੁਝ ਨਹੀਂ ਅੱਜ ਤੱਕ। ਹਾਂ ਅੱਜ ਤੱਕ ਕੁਝ ਨਹੀਂ ਕੀਤਾ ਹੈਗਾ, ਨਾ ਗਵਰਨਮੈਂਟ ਵਾਲਾ ਕੋਈ ਬੰਦਾ ਆ ਕੇ ਖੜਿਆ ਇਸ ਟਾਈਮ ਇਸ ਦੌਰ ਤੇ, ਨਹੀਂ ਤਾਂ ਕੋਈ ਨਾ ਕੋਈ ਸਹੂਲਤ ਦੇਵੇ। ਤੁਹਾਡਾ ਭਾਈ ਕੀ ਕੰਮ? ਭਾਜੀ ਮੈਂ ਬਿਜ਼ਨਸ 'ਚ ਹਾਂ। ਬਿਜ਼ਨਸ ਵਿੱਚ ਹੈਗੇ ਹੋ ਹਾਂਜੀ। ਤੇ ਮਾਸਕ ਨਹੀਂ ਪਾਇਆ ਤੁਸੀਂ ਅੱਜ? ਭਾਜੀ ਫਾਇਦਾ ਕੋਈ ਨਹੀਂ ਹੈਗਾ। ਦੇਖੋ ਇਹ ਤਾਂ ਹੋਣਾ ਹੀ ਹੋਣਾ। ਜਦੋਂ ICMR ਨੇ ਕਹਿ ਤਾ ਕਿ 87% ਲੋਕਾਂ ਨੂੰ ਇਹ ਹੋਏਗਾ ਹੀ ਹੋਏਗਾ ਤੇ ਮਾਸਕ ਲਾ ਕੇ ਤੁਸੀਂ ਜਿਹੜੀ ਪ੍ਰੋਬਲਮ ਅੱਜ ਆ ਉਹ ਅੱਜ ਨਹੀਂ ਕਰਕੇ ਕੱਲ੍ਹ ਨੂੰ ਕਰ ਰਹੇ ਹੋ। ਫਾਇਦਾ ਕੀ ਉਹਦਾ ਮੈਨੂੰ ਦੱਸੋ। ਇਹਨੂੰ ਨਾ ਜ਼ਿਆਦਾ ਹਵਾ ਬਣਾਤਾ ਗਿਆ ਹੈਗਾ ਕਿ ਲੋਕਾਂ ਦੇ ਕੰਮ ਧੰਦੇ ਬੰਦ ਹੋ ਗਏ ਨੇ, ਲੋਕੀ ਸਾਡਾ ਰੋਟੀ ਖਾਣ ਜੋਗੇ ਲੋਕਾਂ ਕੋਲ ਪੈਸੇ ਨਹੀਂ ਹੈਗੇ ਨੇ ਕਿ ਹੈਗੇ ਨੇ? ਤੁਸੀਂ ਆਪ ਦੱਸੋ ਮੈਨੂੰ। ਸਾਰਾ ਕੁਝ ਖਤਮ ਕਰਕੇ ਰੱਖਤਾ ਸਰਕਾਰ ਨੇ। ਸਰਕਾਰ ਆਪਣੀ ਨਾਕਾਮੀਆਂ ਛੁਪਾਉਣ ਲਈ ਕਰ ਰਹੀ ਹੈ। ਮੈਂ ਪੰਜਾਬ ਸਰਕਾਰ ਦੀ ਗੱਲ ਨਹੀਂ ਕਰ ਰਿਹਾ, ਮੈਂ ਸੈਂਟਰ ਦੀ ਗੱਲ ਕਰ ਰਿਹਾ। ਮੈਂ ਸੈਂਟਰ ਦੀ ਗੱਲ ਕਰ ਰਹੇ ਹੋ, ਪਰ ਜਿਹੜੇ ਲੋਕਡਾਊਨ ਦੇ ਫੈਸਲੇ, ਕਰਫਿਊ ਦੇ ਫੈਸਲੇ, ਦੁਕਾਨਾਂ ਖੋਲ੍ਹਣ ਜਾਂ ਬੰਦ ਕਰਨ ਦੇ ਫੈਸਲੇ ਪੰਜਾਬ ਸਰਕਾਰ ਨੇ ਕੀਤੇ ਨੇ। ਦੱਸੋ ਸਰਕਾਰ ਨੇ ਕੀਤਾ ਸ਼ਾਮ ਨੂੰ 7 ਵਜੇ ਤੋਂ ਲੈ ਕੇ 5 ਵਜੇ ਤੱਕ ਕਰਫਿਊ ਲਾਇਆ। ਰਾਤੀ 2 ਵਜੇ ਕੌਣ ਨਿਕਲਦਾ? ਕੋਈ ਨਿਕਲਦਾ ਰਾਤੀ 2 ਵਜੇ? ਤੁਸੀਂ ਲਾਣਾ 5 ਤੋਂ ਲੈ ਕੇ 10 ਵਜੇ ਤੱਕ ਲਾਓ, 11 ਵਜੇ ਤੱਕ ਲਾਓ, 12 ਵਜੇ ਤੱਕ ਲਾਓ। 12 ਵਜੇ ਤੋਂ ਲੈ ਕੇ 5 ਵਜੇ ਲਾਉਣ ਦੀ ਕੀ ਲੋੜ ਆ? ਸੋ ਤੁਹਾਨੂੰ ਕੀ ਲੱਗਦਾ ਕਿ ਫਿਰ ਸਰਕਾਰ ਦਾ ਫੈਸਲਾ ਕਿਉਂ ਲਿਆ ਗਿਆ? ਇਹ ਤਾਂ ਸਰਕਾਰ ਨੂੰ ਪਤਾ ਹੋਏਗਾ। ਪਰ ਗੱਲ ਵੱਡੀ ਇਹ ਹੈ ਕਿ ਲੋਕਾਂ ਨੂੰ ਡਰਾਉਣਾ ਬੰਦ ਕਰੋ। ਇਹ ਹੁਣ ਨੈਸ਼ਨਲ ਡਿਜ਼ਾਸਟਰ ਬਣਾਤਾ ਹੋਇਆ ਵਿਚ ਇਜ਼ ਨਾਟ ਅ ਨੈਸ਼ਨਲ ਡਿਜ਼ਾਸਟਰ, ਬਟ ਲੋਕਾਂ ਦੇ ਮਨ 'ਚ ਇਹਨਾਂ ਦਾ ਡਰ ਪਾਤਾ ਕਿ ਲੋਕਾਂ ਛਿੱਕ ਵੀ, ਇੱਕ ਬੰਦਾ ਛਿੱਕ ਵੀ ਮਾਰਦਾ ਨਾ, ਅਗਲਾ ਬੰਦਾ 2 ਫੁੱਟ ਪਿੱਛੇ ਹੋ ਜਾਂਦਾ, ਉਹ ਯਾਰ ਇਹਨੂੰ ਕਰੋਨਾ ਨਾ ਹੋਵੇ ਕਿਤੇ। ਗੱਲ ਇਹ ਹੋ ਰਹੀ ਹੈ। ਮਤਲਬ 30% ਲੋਕੀ, ਸਰਕਾਰ ਕਹਿੰਦੀ 30% ਲੋਕਾਂ ਨੂੰ ਕਰੋਨਾ ਹੋ ਕੇ ਠੀਕ ਵੀ ਹੋ ਗਿਆ ਤੇ ਉਹਨੂੰ ਪਤਾ ਨਹੀਂ ਚੱਲਿਆ ਕਰੋਨਾ ਹੋਇਆ। 75% ਦੀ ਲੋਕਾਂ ਨੂੰ ਮਤਲਬ ਕਿ ਰਿਕਵਰੀ ਰੇਟ ਹੈਗੀ ਆ ਆਪਣੇ ਭਾਰਤ ਦੇ। 75% ਦੀ ਲੋਕ ਠੀਕ ਹੋਏ ਨੇ। ਰਿਕਵਰੀ ਰੇਟ ਆਪਣੀ ਬਹੁਤ ਚੰਗੀ ਹੈਗੀ ਆ। ਕਿਉਂ? ਸਾਡਾ ਇੱਥੇ ਗਾਣਾ ਹੀ ਨਾ ਗੰਦਾ ਪੁੱਛੋ ਨਾ। ਆਪਣੇ ਕੋਲ ਪਿਓਰ ਹੈ ਕੀ ਆ? ਤੁਸੀਂ ਦੁੱਧ ਲੈਣ ਜਾਓ ਤਾਂ ਅੱਧਾ ਪਤਾ ਚੱਲਦਾ ਕਿ ਅੱਧਾ ਨਕਲੀ ਆ। ਤੇ ਮੋਦੀ ਸਰਕਾਰ ਨਾਲ ਤੁਹਾਡੀ ਨਾਰਾਜ਼ਗੀ ਹੈਗੀ ਹੈ ਤੇ ਮੋਦੀ ਜੀ ਨੂੰ ਕੀ ਕੁਝ ਕਹਿਣਾ ਚਾਹੋਗੇ? ਭਾਜੀ ਮੋਦੀ ਜੀ ਨੇ ਕੀਤਾ ਕਿ ਮੈਨੂੰ ਇਹ ਦੱਸ ਦਿਓ ਫਿਰ। ਕਦੀ ਮੋੜਾਂ ਨੂੰ ਖਾਣਾ ਖਿਲਾ ਦੇਣਗੇ ਹੈ, ਕਦੀ ਜਿਹੜੇ ਆਪਣਾ ਨਾੜੇ ਨੂੜੇ ਸਾਫ਼ ਕਰਨ ਦੇ ਪੈਰ ਧੋਣੇ ਸ਼ੁਰੂ ਕਰ ਦੇਣਗੇ। ਤੁਸੀਂ ਪ੍ਰਧਾਨ ਮੰਤਰੀ ਹੋ ਤੇ ਕੰਮ ਤੁਹਾਡਾ ਥੋੜ੍ਹਾ ਹੈਗਾ। ਤੁਸੀਂ ਉਹਨਾਂ ਲਈ ਕੁਝ ਕੰਮ ਖੋਲੋ। ਪ੍ਰਧਾਨ ਮੰਤਰੀ ਦਾ ਹੁਣ ਤੁਸੀਂ ਕੀ ਕੰਮ ਉਹਨਾਂ ਨੂੰ ਦੱਸਣਾ ਚਾਹੁੰਦੇ ਹੋ ਕਿ ਖਾਸ ਤੌਰ ਤੇ ਕਰੋਨਾ ਨੂੰ ਲੈ ਕੇ ਕੀ ਫੈਸਲੇ? ਆਈ ਐਮ ਨਾਟ ਐਨ ਇਕਨੋਮਿਸਟ। ਮੈਂ ਉਹਨਾਂ ਨੂੰ ਕੋਈ ਕੰਮ ਨਹੀਂ ਦੱਸਣਾ ਚਾਹੁੰਦਾ। ਨਹੀਂ, ਆਮ ਜਨਤਾ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਵੀਕਐਂਡ ਤੇ ਸ਼ਨੀਵਾਰ ਤੇ ਐਤਵਾਰ ਦੁਕਾਨਾਂ ਬੰਦ ਹੁੰਦੀਆਂ। ਇਹਨਾਂ ਢਾਬਿਆਂ ਵਾਲਾ ਦਾ ਕਹਿਣਾ ਕਿ ਅਸੀਂ ਖਾਈਏ ਤੇ ਫਿਰ ਕੀ ਕਰੀਏ, ਕਮਾਵਾਂਗੇ ਕੀ ਤੇ ਖਾਵਾਂਗੇ ਠੀਕ ਨੇ ਆਪਣੇ ਪਾਸੇ। ਉਹ ਜੇ ਖਾਣਾ ਨਹੀਂ ਬਣਾਉਣਗੇ, ਲੋਕਾਂ ਨੂੰ ਖਾਣਾ ਨਹੀਂ ਖਿਲਾਣਗੇ, ਉਹ ਕੀ ਕਰਨਗੇ?
ਉਹਨਾਂ ਨੇ ਆਪਣੀ ਰੋਜੀ ਰੋਟੀ ਕਰਨੀ, ਜਾਂ ਤਾਂ ਸਰਕਾਰ ਇਹਨਾਂ ਨੂੰ ਖਾਣਾ ਦੇਵੇ ਕਿ ਤੂੰ ਇਹਨਾਂ ਨੂੰ ਕਹਿਣ ਕਿ ਤੁਸੀਂ ਘਰੇ ਬਹਿ ਜਾਓ, ਤੁਹਾਡੇ ਘਰੇ ਖਾਣਾ ਪਹੁੰਚ ਜਾਏਗਾ। ਉਹ ਪਹੁੰਚਦਾ ਕਿਸੇ ਨਹੀਂ ਪਹੁੰਚਦਾ। ਅੱਜ ਤੱਕ ਕਿਸੇ ਦਾ ਪਹੁੰਚਿਆ ਮੈਨੂੰ ਦੱਸ ਦਿਓ ਕਿਤੇ ਪਹੁੰਚਿਆ। ਕਰਫਿਊ 'ਚ ਨਹੀਂ ਪਹੁੰਚਿਆ, ਜਦੋਂ ਉਦੋਂ ਬਣ ਰਹੀ ਸੀ ਦੁਨੀਆ ਉਦੋਂ ਖਾਣਾ ਕਿਸੇ ਕੋਲ ਨਹੀਂ ਪਹੁੰਚਿਆ। ਤੇ ਘੱਟ ਤੋਂ ਘੱਟ ਸਾਨੂੰ 10 ਵਜੇ ਤੱਕ ਦਾ ਟਾਈਮ ਦਿੱਤਾ ਜਾਵੇ। 9 ਵਜੇ ਤੋਂ ਬਾਅਦ ਤਾਂ ਜਨਤਾ ਡਿਨਰ ਕਰਦੀ ਹੈ, 6 ਵਜੇ ਕਿਹੜਾ ਡਿਨਰ ਕਰ ਲੇਗਾ। ਤੁਹਾਨੂੰ ਫਿਰ ਤੰਗ ਵੀ ਕਰਦੇ ਨੇ ਪੁਲਿਸ ਵਾਲੇ ਆ ਕੇ ਤੇ? ਤੰਗ ਤੁੰਗ ਤੱਕ ਇਹੀ ਆ, ਬਸ ਆ ਕੇ ਕਹਿਣਗੇ ਬੰਦ ਕਰੋ ਬੰਦ ਕਰੋ। ਬਸ ਆਪਾਂ ਵੀ ਹੁਣ ਲਾਠੀ ਤਾਂ ਖਾਣੀ ਨਹੀਂ ਕਿਸੇ ਤੋਂ, ਵੀ ਆਪਣਾ ਕੰਮ ਬੰਦ ਕਰੋ, ਵੀ ਕਿਸੇ ਨਾਲ ਝਗੜਾ ਝੁਗੜਾ ਤਾਂ ਕਰ ਤੋਰੇ। ਅਸੀਂ ਕੀ ਕਵਾਂਗੇ ਕਿਸੇ ਨੂੰ? ਘੱਟ ਤੋਂ ਘੱਟ ਟਾਈਮ ਦਿੱਤਾ ਜਾਵੇ 10 ਵਜੇ ਦਾ, ਜਿਹੜਾ ਢਾਬਿਆਂ ਦਾ ਹੈਗਾ। ਸ਼ਨੀਵਾਰ ਖੋਲਿਆ ਜਾਵੇ। ਸ਼ਨੀਵਾਰ ਐਤਵਾਰ ਹੀ ਕੰਮ ਹੁੰਦਾ, ਬਾਹਰ ਦੁਨੀਆ ਤਾਂ ਹੀ ਨਿਕਲਦੀ ਰੋਟੀ ਖਾਣ। ਮੰਡੇ ਨੂੰ ਕਿਹੜਾ ਬਾਹਰ ਜਾਂਦਾ ਰੋਟੀ ਖਾਣ, ਉਹ ਤਾਂ ਸਾਰੇ ਘਰ ਹੀ ਖਾ ਲੈਂਦੇ। ਸੋ ਲੋਕਾਂ ਦੀਆਂ ਤੁਸੀਂ ਮੁਸ਼ਕਲਾਂ ਸੁਣ ਰਹੇ ਹੋ ਕਿ ਕਰੋਨਾ ਨੂੰ ਲੈ ਕੇ ਸਰਕਾਰਾਂ ਜਿਹੜੇ ਫੈਸਲੇ ਕਰ ਰਹੀਆਂ ਨੇ ਉਸ ਨਾਲ ਲੋਕਾਂ ਨੂੰ ਕਿਹੜੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ। ਸ਼ਨੀ ਤੇ ਐਤਵਾਰ ਨੂੰ ਦੁਕਾਨਾਂ ਬੰਦ ਰੱਖਣ ਦਾ ਸਰਕਾਰ ਨੇ ਕਿਹਾ ਕਿ ਵੀਕਐਂਡ ਤੇ ਕਰਫਿਊ ਰਹੇਗਾ, ਪਰ ਲੋਕਾਂ ਦਾ ਕਹਿਣਾ ਹੈ ਕਿ ਸ਼ਨੀ ਤੇ ਐਤਵਾਰ ਨੂੰ ਸਰਕਾਰ ਫਿਰ ਰੋਟੀ ਦੇ ਜਾਇਆ ਕਰੇ ਤੇ ਜਿਹੜੇ ਵਰਕਰਾਂ ਨਾਲ ਮੁਲਾਜ਼ਮਾਂ ਨੂੰ ਤਨਖਾਹਾਂ ਦੇਣੀਆਂ ਕਿ ਉਹ ਸਰਕਾਰ ਦੇ ਜਾਇਆ ਕਰੇ। ਪਰ ਹੋਰ ਵੀ ਬਹੁਤ ਸਾਰੇ ਸਵਾਲ ਉੱਠ ਰਹੇ ਨੇ, ਉਹ ਵੀ ਲੋਕਾਂ ਨਾਲ ਗੱਲਾਂ ਕਰਾਂਗੇ। ਆਓ ਫਿਰ ਚੱਲਦੇ ਹਾਂ। ਸੋ ਜਨਤਾ ਦੇ ਵਿਊਜ਼ ਜਾਣਨ ਤੋਂ ਬਾਅਦ ਅਸੀਂ ਹੁਣ ਪੁੱਜੇ ਹਾਂ ਆਮ ਆਦਮੀ ਪਾਰਟੀ ਦੇ ਵਿਧਾਇਕ ਅਮਨ ਅਰੋੜਾ ਜੀ ਕੋਲੇ। ਅਮਨ ਅਰੋੜਾ ਜੀ ਨੇ ਵੀ ਵੱਡੇ ਸਵਾਲ ਚੁੱਕੇ ਨੇ ਕਰੋਨਾ ਨੂੰ ਲੈ ਕੇ, ਖਾਸ ਤੌਰ ਤੇ ਜਿਹੜੇ ਵਿਧਾਇਕਾਂ ਤੇ ਮੰਤਰੀਆਂ ਦੇ ਟੈਸਟ ਕਰਵਾਏ ਲਈ ਆਖਿਆ ਸਰਕਾਰ ਨੇ। ਤੇ ਅਮਨ ਅਰੋੜਾ ਜੀ, ਮੈਂ ਸਭ ਤੋਂ ਪਹਿਲਾਂ ਤੁਹਾਡੇ ਕੋਲ ਜਾਣਨਾ ਚਾਹੁੰਦਾ, ਜਨਤਾ ਬਹੁਤ ਪਰੇਸ਼ਾਨ ਹੈ ਤੇ ਹੁਣ ਪੰਜਾਬ ਵਿਧਾਨ ਸਭਾ ਦਾ ਇੱਕ ਦਿਨ ਦਾ ਸੈਸ਼ਨ ਹੋਣ ਜਾ ਰਿਹਾ ਤੇ ਜਨਤਾ ਦਾ ਕਹਿਣਾ ਹੈਗਾ ਕਿ ਸਾਨੂੰ ਕੰਮ ਕਰਨ ਨਹੀਂ ਦਿੱਤਾ ਜਾ ਰਿਹਾ ਤੇ ਕਦੇ ਦੁਕਾਨਾਂ ਖੋਲ੍ਹਣੀਆਂ ਨੇ ਕਦੇ ਬੰਦ ਕਰਨੀਆਂ, ਉਹਨਾਂ ਨੂੰ ਪਤਾ ਹੀ ਨਹੀਂ ਲੱਗ ਰਿਹਾ ਕਿ ਅਸੀਂ ਕਰੀਏ ਕੀ। ਤੇ ਤੁਸੀਂ ਇਹ ਗੱਲ ਕਹਿ ਰਹੇ ਹੋ ਕਿ ਕਰੋਨਾ ਦੀ ਆੜ ਦੇ ਵਿੱਚ ਸਰਕਾਰ ਮਸਲਿਆਂ ਤੋਂ ਭੱਜ ਰਹੀ ਹੈ। ਮੈਂ ਸਭ ਤੋਂ ਪਹਿਲਾਂ ਤੁਹਾਡੇ ਕੋਲ ਜਾਣਨਾ ਚਾਹੁੰਦਾ ਕਿ ਕਿਹੜੇ ਮਸਲੇ ਤੁਹਾਨੂੰ ਲੱਗਦੇ ਨੇ ਜਿਸ ਤੋਂ ਸਰਕਾਰ ਭੱਜ ਰਹੀ ਹੈ? ਦੇਖੋ, ਇਸ ਤਰ੍ਹਾਂ ਕਿ ਪੰਜਾਬ ਦੇ ਵਿੱਚ ਅੱਜ ਮਸਲੇ ਨੇ, ਜਿਹੜੇ ਮਸਲੇ ਸਾਡੇ ਵੀ ਉਹੀ ਨੇ ਜਿਸ ਜਨਤਾ ਕੋਲ ਤੁਸੀਂ ਹੋ ਕੇ ਆਏ ਹੋ, ਜਿਸ ਗੱਲ ਦਾ ਰੋਣਾ ਵਿਚਾਰੀ ਜਨਤਾ ਰੋ ਰਹੀ ਹੈ, ਉਹੀ ਮਸਲੇ ਅਸੀਂ ਉਹਨਾਂ ਦੇ ਵਿਧਾਨ ਸਭਾ ਦੇ ਵਿੱਚ ਚੱਕਣੇ ਸੀਗੇ। ਜੇ ਅੱਜ ਆਪਾਂ ਪੰਜਾਬ ਦੇ ਇਸ਼ੂਜ਼ ਦੀ ਗੱਲ ਕਰ ਲਈਏ ਤੇ ਪਿਛਲੇ ਦਿਨਾਂ ਦੇ ਵਿੱਚ ਜਿਸ ਤਰੀਕੇ ਨਾਲ ਸ਼ਰਾਬ ਨੇ ਪੰਜਾਬ ਸਰਕਾਰ ਦੇ ਵਿੱਚ ਵੀ ਪੌੜੇ ਪਾਈ ਰੱਖੇ, ਵੱਡੇ ਪੱਧਰ ਦੇ ਉੱਪਰ ਪੰਜਾਬ ਦੇ ਮਾਲੀਏ ਨੂੰ ਚੂਨਾ ਲੱਗ ਰਿਹਾ, ਔਰ ਪਿੱਛੇ ਜੇ 125 ਮੌਤਾਂ ਜਿਹੜੀਆਂ ਨਕਲੀ ਸ਼ਰਾਬ ਦੀ ਵਜ੍ਹਾ ਕਰਕੇ ਹੋ ਗਈਆਂ, ਜਿਸ ਤਰੀਕੇ ਦੇ ਨਾਲ ਅੱਜ ਕਰੋਨਾ ਦੀ ਮਿਸਮੈਨੇਜਮੈਂਟ ਹੋ ਰਹੀ ਹੈ ਸਾਰੀ ਦੁਨੀਆ ਦੇ ਵਿੱਚ, ਔਰ ਭਾਰਤ ਦੇ ਸਾਰੇ ਸਟੇਟਾਂ ਦੇ ਵਿੱਚ ਅਨਲੌਕ ਦੀ ਪ੍ਰਕਿਰਿਆ ਸ਼ੁਰੂ ਹੋ ਰਹੀ ਹੈ ਤੇ ਪੰਜਾਬ ਦੁਆਰਾ ਲੋਕਡਾਊਨ ਔਰ ਕਰਫਿਊ ਵਾਲੇ ਪਾਸੇ ਵੱਧ ਰਿਹਾ ਹੈ। ਇਕੋਨਮੀ ਹੈ ਜਿਹੜੀ ਅੱਜ ਫਾਈਨੈਂਸ਼ੀਅਲ ਐਮਰਜੈਂਸੀ ਵਾਲੇ ਹਾਲਾਤ ਨੇ ਜਿਹੜੇ ਉਹ ਹੋਏ ਪਏ ਨੇ, ਜਿਸ ਤਰੀਕੇ ਦੇ ਨਾਲ ਕੇਂਦਰ ਸਰਕਾਰ ਹੈ ਜਿਹੜੀ ਉਹ 3 ਖੇਤੀ ਆਰਡੀਨੈਂਸਿਸ ਲੈ ਕੇ ਔਰ ਇੱਕ ਇਲੈਕਟ੍ਰਿਸਿਟੀ ਅਮੈਂਡਮੈਂਟ ਐਕਟ ਲੈ ਕੇ ਆ ਰਹੀ ਹੈ, ਜਿਹਦੇ ਨਾਲ ਖੇਤੀ ਕਿਸਾਨੀ ਬਿਲਕੁਲ ਸਾਰੀ ਪੰਜਾਬ ਦੀ ਅਰਥਚਾਰਾ ਜਿਹੜਾ ਉਹ ਖਤਮ ਹੋ ਜਾਏਗਾ। ਸੋ ਇਹ ਸਾਰੇ ਇਸ਼ੂਜ਼ ਨੇ, ਜਿਸ ਤਰੀਕੇ ਨਾਲ ਅੱਜ ਆਪਣਾ ਬਠਿੰਡੇ ਥਰਮਲ ਪਾਵਰ ਪਲਾਂਟ ਹੈ ਜਿਹੜਾ ਉਹ ਵੇਚਿਆ ਜਾ ਰਿਹਾ, ਜਿਸ ਤਰੀਕੇ ਦੇ ਨਾਲ ਅੱਜ ਟੀਚਰਸ ਜਿਹੜੇ ਬੱਚੇ ਨੇ, ਸਟੂਡੈਂਟਸ ਨੇ, ਉਹਨਾਂ ਤੋਂ ਘਰ ਬੈਠਣ ਤੋਂ ਫੀਸ ਵਗਰਾਉਣ ਦਾ ਕੰਮ ਹੈ ਜਿਹੜਾ ਉਹ ਚੱਲ ਰਿਹਾ ਹੈ। ਪੰਜਾਬ ਦੇ ਵਿੱਚ ਮੁੱਦੇ ਹੀ ਮੁੱਦੇ ਨੇ, ਹਰੇਕ ਵਰਗ ਹੈ ਜਿਹੜਾ ਕਿਸਾਨੀ ਹੈ ਉਹ ਸੜਕਾਂ ਦੇ ਉੱਪਰ ਹੈ, ਮੁਲਾਜ਼ਮ ਹੈ ਉਹ ਸੜਕਾਂ ਦੇ ਉੱਪਰ ਨੇ, ਵਪਾਰੀ ਨੇ ਜਿਹੜੇ ਉਹਨਾਂ ਨੇ ਪਹਿਲੇ ਤਕਰੀਬਨ 2.5-3 ਮਹੀਨੇ ਜਿਹੜਾ ਕਰਫਿਊ ਲੋਕਡਾਊਨ ਚੱਲਿਆ ਇਹ ਸੋਚ ਕੇ ਚੱਲਿਆ ਕਿ ਸ਼ਾਇਦ, ਕਿਉਂਕਿ ਤਰੀਕਾ ਵੀ ਉਹੀ ਸੀਗਾ ਕਿ 2-2.5 ਮਹੀਨਿਆਂ ਦੇ ਵਿੱਚ ਸਰਕਾਰ ਮੈਡੀਕਲ ਇਨਫਰਾਸਟ੍ਰਕਚਰ ਨੂੰ, ਹੈਲਥ ਕੇਅਰ ਇਨਫਰਾਸਟ੍ਰਕਚਰ ਨੂੰ ਆਪਦੇ ਪੈਰਾਂ ਸਿਰ ਖੜਾ ਕਰ ਲੇਗੀ, ਪਰ ਉਹਦੇ ਵਿੱਚ ਸਰਕਾਰ ਬਿਲਕੁਲ ਨਾਕਾਮਯਾਬ ਹੋਈ ਹੈ। ਤੇ ਹੁਣ ਵਪਾਰੀਆਂ ਨੂੰ, ਇੰਡਸਟਰੀ ਨੂੰ ਕਹਿੰਦੇ ਨੇ ਔਡ ਈਵਨ ਕਰ ਲਓ, ਕਦੇ ਕਹਿੰਦੇ ਨੇ 7 ਵਜੇ ਤੱਕ ਹੈ, ਕਦੇ ਕਹਿੰਦੇ ਨੇ ਰਾਤ ਦਾ ਕਰਫਿਊ ਹੈ, ਕਦੇ ਕਹਿੰਦੇ ਨੇ ਅੱਜ ਖੋਲ੍ਹੋ ਕੱਲ੍ਹ ਨੂੰ ਬੰਦ ਕਰ ਲਓ। ਇਸ ਤਰੀਕੇ ਨਾਲ ਵਪਾਰ ਹੈ ਜਿਹੜਾ, ਇੰਡਸਟਰੀ ਹੈ ਜਿਹੜੀ, ਸਮਾਜ ਹੈ ਜਿਹੜਾ ਉਹ ਨਹੀਂ ਚੱਲਦਾ ਹੁੰਦਾ ਜੀ। ਪਰ ਕਿਉਂਕਿ ਸਰਕਾਰ ਫੇਲ ਹੋ ਰਹੀ ਹੈ, ਉਹਨਾਂ ਕੋਲ ਸਾਡੀ ਕਿਸੇ ਗੱਲ ਦਾ ਜਵਾਬ ਨਹੀਂ ਹੈ, ਇਸ ਕਰਕੇ ਉਹ ਆਨਾ ਬਹਾਨਾ ਲਗਾ ਕੇ ਭੱਜ ਰਹੇ ਨੇ। ਇੱਕ ਦਿਨ ਦਾ ਸੈਸ਼ਨ ਹੈ ਜਿਹੜਾ ਉਹ ਕੀਤਾ ਜਾ ਰਿਹਾ ਹੈ। ਜੀ ਅਮਨ ਜੀ, ਮੈਂ ਤੁਹਾਡੇ ਤੋਂ ਜਾਣਨਾ ਚਾਹੁੰਦਾ, ਕਿਉਂਕਿ ਤੁਸੀਂ ਕਹਿ ਰਹੇ ਹੋ ਕਿ ਆਨਾ ਬਹਾਨਾ ਲਾ ਕੇ ਸਰਕਾਰ ਭੱਜਣ ਦੀ ਕੋਸ਼ਿਸ਼ ਕਰ ਰਹੀ ਹੈ, ਫਿਰ ਸੈਸ਼ਨ ਕਿੰਨੇ ਕੁ ਦਿਨਾਂ ਦਾ ਹੋਣਾ ਚਾਹੀਦਾ ਹੈ? ਦੇਖੋ, ਇਸ ਤਰ੍ਹਾਂ ਜੀ, ਜਿਹੜੀ ਪੰਜਾਬ ਵਿਧਾਨ ਸਭਾ ਦੀ ਕਾਰਜਵਿਧੀ ਔਰ ਨਿਯਮਾਵਲੀ ਦੀ ਬੁੱਕਲੇਟ ਹੈ, ਰੂਲ ਬੁੱਕ ਹੈ ਜਿਹੜੀ, ਉਹਦਾ ਸੈਕਸ਼ਨ 14 ਨੇ ਕਹਿੰਦੇ ਕਿ ਇੱਕ ਸਾਲ ਦੇ ਵਿੱਚ ਘੱਟੋ ਘੱਟ 40 ਸਿਟਿੰਗਸ ਨੇ ਜਿਹੜੀਆਂ ਹੋਣੀਆਂ ਚਾਹੀਦੀਆਂ ਨੇ, ਪਰ ਪਿਛਲੇ ਲੰਮੇ ਸਮੇਂ ਤਕਰੀਬਨ 20-25 ਸਾਲ ਤੋਂ ਇਹ 12-14 ਤੋਂ ਵੱਧ ਕਦੇ ਕਰਦੇ ਨਹੀਂ ਹੈਗੇ। ਪਰ ਜਿਸ ਤਰੀਕੇ ਨਾਲ ਹੁਣ ਇਹ ਕਿਹਾ ਗਿਆ ਕਿ ਕਿਉਂਕਿ ਕਰੋਨਾ, ਇਸ ਕਰਕੇ ਸਿਰਫ ਇੱਕ ਦਿਨ ਦਾ ਸੈਸ਼ਨ ਰੱਖਿਆ ਗਿਆ ਹੈ। ਮੈਂ ਇਹ ਪੁੱਛਣਾ ਚਾਹੁੰਦਾ, ਮੈਂ ਸਪੀਕਰ ਸਾਹਿਬ ਨੂੰ ਅੱਜ ਲੈਟਰ ਵੀ ਲਿਖੀ ਹੈ ਕਿ ਜਦੋਂ ਸਪੀਕਰ ਸਾਹਿਬ ਨੇ ਇਹ ਹੁਕਮਕਾਰੀ ਦਿੱਤੇ ਕਿ ਜਿਹੜੇ ਮੰਤਰੀ, MLA, ਵਿਧਾਇਕ
ਪ੍ਰਸ਼ਾਸਨਿਕ ਅਧਿਕਾਰੀ ਮੁਲਾਜ਼ਮ ਜਿਨ੍ਹਾਂ ਦੀ ਕਰੋਨਾ ਰਿਪੋਰਟ ਨੈਗੇਟਿਵ ਹੋਏਗੀ ਸਿਰਫ ਔਰ ਸਿਰਫ ਉਹਨਾਂ ਨੂੰ ਹੀ ਦਾਖਲ ਅੰਦਰ ਹੋਣ ਦਿੱਤਾ ਜਾਊਗਾ ਵਿਧਾਨ ਸਭਾ ਦੇ ਲਈ। ਤੇ ਫਿਰ 1 ਦਿਨ ਦਾ ਕਿਉਂ ਕਰਦੇ ਹੋ? ਫਿਰ 15 ਦਿਨ ਦਾ ਕਰੋ, ਕਿਉਂਕਿ ਅੰਦਰ ਤਾਂ ਸਾਰੇ ਨੈਗੇਟਿਵ ਵਾਲੇ ਹੀ ਨੇ। ਫਿਰ ਕੀ ਡਰ ਰਹਿ ਗਿਆ? ਔਰ ਦੂਜੀ ਸਭ ਤੋਂ ਵੱਡੀ ਗੱਲ ਮੈਨੂੰ ਅਮਨ ਜੀ ਤੁਸੀਂ ਇਹ ਦੱਸੋ ਕਿ ਜਦ ਕਰੋਨਾ ਦੀ ਇਸ ਮਹਾਮਾਰੀ ਦੇ ਦੌਰਾਨ ਜਿਹੜੇ ਡਾਕਟਰਸ ਨੇ, ਜਿਹੜੇ ਮੈਡੀਕਲ ਪੈਰਾਮੈਡੀਕਲ ਸਟਾਫ ਹੈ, ਜਿਹੜੇ ਪੁਲਿਸ ਕਰਮੀ ਨੇ, ਜਿਹੜੇ ਮੁਲਾਜ਼ਮ ਨੇ, ਜਿਹੜੇ ਤੁਸੀਂ ਵੀ ਮੀਡੀਆ ਕਰਮੀ ਹੋ, ਜਿੱਥੇ ਕਿਤੇ ਹਸਪਤਾਲਾਂ ਦੇ ਵਿੱਚ ਕੁਆਰੰਟਾਈਨ ਸੈਂਟਰਾਂ ਦੇ ਵਿੱਚ 72 ਕੋਈ ਕਵਰੇਜ ਕਰਨੀ ਹੁੰਦੀ ਉੱਥੇ ਪਹੁੰਚਦੇ ਨਹੀਂ ਹੈਗੇ, ਤੁਹਾਡੇ ਪਰਿਵਾਰ ਨਹੀਂ ਹੈਗੇ, ਤੁਹਾਡੀ ਜਾਨ ਨੂੰ ਖਤਰਾ ਨਹੀਂ ਹੈਗਾ। ਜੇ ਤੁਸੀਂ ਲੋਕ ਆਪਦੀ ਜ਼ਿੰਮੇਵਾਰੀ ਆਪਦੀ ਜਾਨ ਖਤਰੇ ਦੇ ਵਿੱਚ ਪਾ ਕੇ ਡਿਊਟੀ ਨਿਭਾ ਸਕਦੇ ਹੋ ਤੇ ਅਸੀਂ ਲੋਕ ਜਿਹੜੇ ਐਮਐਲਏ ਮੰਤਰੀ ਆ ਜਿਨ੍ਹਾਂ ਨੂੰ ਲੀਡਰ ਕੌਣ ਹੁੰਦਾ ਹੈ, ਲੀਡਰ ਕਿਹੋ ਜਿਹੇ ਹੋਣੇ ਚਾਹੀਦੇ ਨੇ ਜਿਹੜੇ ਔਖੀ ਸਮੇਂ ਦੇ ਵਿੱਚ ਭੀੜ ਪੈਣ ਦੇ ਉੱਪਰ ਅੱਗੋਂ ਫਰੰਟ ਤੇ ਆ ਕੇ ਲੀਡ ਕਰਨ, ਤੇ ਲੀਡ ਕਰਨ ਦੀ ਬਜਾਏ ਇੱਥੇ ਸਰਕਾਰ ਕਹਿੰਦੀ ਹੈ ਜੀ ਕਰੋਨਾ ਦੇ ਬਹਾਨੇ ਦੇ ਪਿੱਛੇ ਲੁੱਕ ਕੇ ਬਹਿ ਜਾਣਾ ਐਮਐਲਏ ਤੇ ਮੰਤਰੀ। ਮੈਨੂੰ ਤਾਂ ਦੇਖੋ ਇਹ ਗੱਲ ਜੱਚਦੀ ਨਹੀਂ ਹੈਗੀ, ਮੈਨੂੰ ਤਾਂ ਇਹ ਗੱਲ ਨਾ ਵਾਜਬ ਲੱਗਦੀ ਹੈ, ਮੈਨੂੰ ਤਾਂ ਇਹ ਗੱਲ ਇਲੌਜੀਕਲ ਲੱਗਦੀ ਹੈ। ਔਰ ਮੈਂ ਇਸ ਗੱਲ ਦੇ ਖਿਲਾਫ ਹਾਂ ਕਿ ਜਦ ਹੋਣਾ ਇਹ ਚਾਹੀਦਾ ਸੀਗਾ ਕਿ ਸੀਐਮ ਸਾਹਿਬ ਅੱਗੇ ਆਉਂਦੇ ਔਰ ਉਹ ਕਹਿੰਦੇ ਪੰਜਾਬ ਦੀ ਸਾਰੀ ਜਨਤਾ ਨੂੰ, ਹੁਣ ਉੱਥੇ ਗੁੱਸੇ 'ਚ ਪੇਪਰ ਤਾਂ ਚਲਾ ਜ਼ਰੂਰ ਮਾਰਦੇ ਨੇ ਆਪਦੇ ਫਾਰਮ ਹਾਊਸ ਦੇ ਉੱਪਰ ਬੈਠੇ ਕਿ ਪੰਜਾਬ ਦੇ ਲੋਕ ਮੇਰੀ ਮੰਨਦੇ ਨਹੀਂ ਹੈਗੇ। ਭਾਈ ਪੰਜਾਬ ਦੇ ਲੋਕਾਂ ਨੇ ਤੁਹਾਡੀ 2-2.5 ਮਹੀਨੇ ਕਰਫਿਊ ਦੇ ਵਿੱਚ ਅੰਦਰ ਰਹਿ ਕੇ ਦੇਖ ਲਿਆ, ਮੰਨ ਕੇ ਦੇਖ ਲਈ, ਤੇ ਤੁਸੀਂ 5 ਮਹੀਨੇ ਬਾਅਦ ਵੀ ਪੰਜਾਬ ਸਰਕਾਰ ਜਦੋਂ ਬੁਰੀ ਤਰ੍ਹਾਂ ਫੇਲ ਹੋ ਰਹੀ ਹੈ ਤੇ ਉੱਥੇ ਪੇਪਰ ਚਲਾ ਮਾਰਨ ਨਾਲ ਤਾਂ ਕੁਛ ਨਹੀਂ ਨਾ ਹੋਣਾ ਹੈਗਾ। ਜਦੋਂ ਤੁਹਾਡਾ ਸਿਸਟਮ ਫੇਲ ਹੋ ਚੁੱਕਿਆ, ਸੀਐਮ ਸਾਹਿਬ ਦੀ ਡਿਊਟੀ ਇਹ ਬਣਦੀ ਸੀਗੀ ਕਿ ਉਹ ਪੰਜਾਬ ਦੇ ਲੋਕਾਂ ਦੇ ਮੁਖਾਤਬ ਹੁੰਦੇ, ਸਾਰੇ ਜਿੰਨੇ ਧਰਨੇ ਰੋਸ ਮੁਜ਼ਾਹਰੇ ਸੜਕਾਂ ਤੇ ਟੈਂਕੀਆਂ ਤੇ ਲੱਗ ਰਹੇ ਨੇ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਕਰਦੇ ਔਰ ਆਰਡਰ ਵੀ ਕਰ ਸਕਦੇ ਸੀਗੇ ਸਖਤੀ ਦੇ ਨਾਲ ਕਿ ਮੈਂ ਤੁਹਾਡਾ ਕੱਲਾ ਮਸਲਾ ਜਿਹੜਾ ਮੈਂ 15 ਦਿਨ ਦਾ ਸੈਸ਼ਨ ਬੁਲਾ ਰਿਹਾ, ਕੱਲਾ ਮਸਲਾ ਜਿਹੜਾ ਹਰੇਕ ਵਰਗ ਦਾ ਉਹ ਅਸੀਂ ਵਿਧਾਨ ਸਭਾ ਦੇ ਵਿੱਚ ਡਿਸਕਸ ਕਰਾਂਗੇ, ਪਰ ਕਿਰਪਾ ਕਰਕੇ ਪੰਜਾਬ ਦੇ ਲੋਕ ਨੇ ਜਿਹੜੇ ਉਹ ਸੜਕਾਂ ਤੇ ਨਾ ਬੈਠਣ, ਆਪਦੀ ਜਾਨ ਖਤਰੇ 'ਚ ਨਾ ਪਾਉਣ। ਹੁਣ ਇੱਥੇ ਹੋਲਟਾ ਰਿਹਾ, ਸੀਐਮ ਸਾਹਿਬ ਆਪ ਫਾਰਮ ਹਾਊਸ 'ਚ ਨੇ ਤੇ ਲੋਕਾਂ ਨੂੰ ਕਹਿੰਦੇ ਨੇ ਤੁਸੀਂ ਸੜਕਾਂ ਤੇ ਰਹੋ, ਤੇ ਐਮਐਲਏ ਨੂੰ ਕਹਿੰਦਾ ਜੀ ਕਰੋਨਾ 1 ਦਿਨ ਤੋਂ ਬਾਅਦ ਤੁਸੀਂ ਆਉਣਾ ਨਹੀਂ ਹੈਗਾ ਵਿਧਾਨ ਸਭਾ 'ਚ। ਐ ਸਰਕਾਰਾਂ ਚੱਲਦੀਆਂ ਹੁੰਦੀਆਂ ਨੇ ਯਾਰ, ਆਹ ਡਿਊਟੀਆਂ ਥੋੜ੍ਹਾ ਨੇ ਸਾਡੀ ਲੋਕਾਂ ਦੀਆਂ ਕਿ ਅਸੀਂ ਸਾਲ ਭਰ ਦੇ ਵਿੱਚ ਮੈਚ 10 ਜਾਂ 12 ਦਿਨ ਆਈਏ। ਤੇ ਹੁਣ ਜਦੋਂ ਸਭ ਤੋਂ ਵੱਧ ਲੋੜ ਸੀਗੀ, ਹੁਣ ਮੈਨੂੰ ਤੁਸੀਂ ਗੱਲ ਦੱਸੋ, ਬਹਾਨਾ ਇਹਨਾਂ ਕੋਲ ਇਹ ਹੈ ਕਿ ਜੀ ਕਰੋਨਾ ਹੋ ਜਾਊਗਾ, ਮੈਨੂੰ ਤੁਸੀਂ ਗੱਲ ਦੱਸੋ ਹੁਣ ਕੀ, ਹੁਣ ਤਾਂ ਸੈਸ਼ਨ ਨਹੀਂ ਸੀਗਾ, ਪੰਜਾਬ ਦੇ ਕਿੰਨੇ ਐਮਐਲਏ ਮੰਤਰੀਆਂ ਨੂੰ ਕਰੋਨਾ ਹੋ ਚੁੱਕਿਆ ਜੀ, ਉਹਦੇ ਲਈ ਸੈਸ਼ਨ ਜ਼ਿੰਮੇਵਾਰ ਹੈ। ਸੈਸ਼ਨ ਹੈ ਜਿਹੜਾ, ਔਰ ਵੈਸੇ ਵੀ ਮੈਂ ਸਪੀਕਰ ਸਾਹਿਬ ਨੂੰ ਵੀ ਸਰਕਾਰ ਨੂੰ ਵੀ ਬੇਨਤੀ ਕੀਤੀ ਹੈ ਕਿ ਜਦੋਂ ਇਹ ਸੈਸ਼ਨ ਜਿਹੜਾ ਹਾਊਸ ਤੁਸੀਂ ਦੇਖਦੇ ਹੋ ਇਹ ਉਦੋਂ ਬਣਿਆ ਸੀਗਾ ਜਦੋਂ ਅਨਡਿਵਾਈਡਡ ਪੰਜਾਬ ਸੀਗਾ, ਉਦੋਂ ਪੰਜਾਬ ਦੇ ਵਿਧਾਨ ਸਭਾ ਦੇ ਮੈਂਬਰ ਵੱਧ ਸੀਗੇ। ਅੱਜ ਵੀ ਬਹੁਤ ਸਾਰੀਆਂ ਸੀਟਾਂ ਨੇ ਜਿਹੜੀਆਂ ਉਹ ਖਾਲੀ ਪਈਆਂ ਹੁੰਦੀਆਂ ਨੇ, ਤੇ ਜੇ ਤੁਸੀਂ ਸੋਸ਼ਲ ਡਿਸਟੈਂਸਿੰਗ ਦਾ ਹੋਰ ਵੀ ਧਿਆਨ ਰੱਖਣਾ ਹੈ, ਤੁਹਾਡੇ ਕੋਲ ਅੱਜ ਵਿਜ਼ਟਰ ਗੈਲਰੀ ਜਿਹੜੀ ਉਹ ਖਾਲੀ ਹੈ, ਮੀਡੀਆ ਵਾਲਿਆਂ ਨੂੰ ਇਹਨਾਂ ਨੇ ਵੜ ਨਹੀਂ ਦੇਣਾ ਹੈਗਾ ਅੰਦਰ ਕਰੋਨਾ ਦੇ ਨਾਂ ਦੇ ਉੱਪਰ। ਤੇ ਜੇ ਫਿਰ ਵੀ ਤੁਹਾਨੂੰ ਇੰਨਾ ਡਰ ਲੱਗਦਾ ਹੈ ਤੇ ਭਾਈ ਔਡ ਈਵਨ ਜੇ ਤੁਸੀਂ ਦੁਕਾਨਾਂ ਦਾ ਕਰ ਸਕਦੇ ਹੋ ਅੰਮ੍ਰਿਤਸਰ, ਲੁਧਿਆਣੇ, ਜਲੰਧਰ ਦੇ ਵਿੱਚ, ਤੇ ਵਿਧਾਨ ਸਭਾ ਦਾ ਐਮਐਲਏ ਦਾ ਵੀ ਔਡ ਈਵਨ ਕਰ ਲਓ ਨਾ। ਤੁਹਾਡੇ ਕੋਲ ਅੱਜ 100 ਨੈਗੇਟਿਵ ਰਿਪੋਰਟਾਂ ਵਾਲੇ ਐਮਐਲਏ ਹੈਗੇ ਤੇ ਮੰਤਰੀ ਹੈਗੇ, ਤੁਸੀਂ ਕਹੋ ਜੀ 50 ਅੱਜ ਆ ਜਾਓ, 50 ਕੱਲ ਨੂੰ ਆ ਜਾਓ, ਜਿਹੜੇ ਅੱਜ ਆਉਣਗੇ ਉਹ ਪਰਸੋਂ ਨੂੰ ਆ ਜਾਣ, ਕੱਲ ਵਾਲੇ ਚੌਥੇ ਨੂੰ ਆ ਜਾਣ। ਔਡ ਈਵਨ ਐਮਐਲਏ ਦਾ ਕਰ ਲਓ, ਮੁੱਦੇ ਹੀ ਚੱਕਣੇ ਨੇ। ਅਸੀਂ ਲੋਕ 20 ਆ, ਅਸੀਂ 20 ਨਾ ਬੈਠਾਂਗੇ, ਅਸੀਂ ਜਾ ਕੇ 10 ਬਹਿ ਜਾਾਂਗੇ, ਜਿਹਦਾ ਸਵਾਲ ਲੱਗਿਆ ਹੋਊਗਾ, ਜਿਹਦੀ ਕਾਲ ਅਟੈਂਸ਼ਨ ਲੱਗੀ ਹੋਊਗੀ, ਜਿਹੜਾ ਮੁੱਦਾ ਰੇਜ਼ ਕਰਨਾ ਹੋਊਗਾ, ਔਡ ਈਵਨ ਐਮਐਲਏ ਦਾ ਕਰੇ ਸਰਕਾਰ, ਨਾ ਕਿ ਦੁਕਾਨਦਾਰਾਂ ਦਾ। ਉਹ ਵਿਚਾਰੇ ਤਾਂ ਸਵੇਰ ਤੋਂ ਸ਼ਾਮ ਤੱਕ ਮਿਹਨਤ ਕਰਦੇ ਨੇ, ਮਿਹਨਤ ਮੁਸ਼ੱਕਤ ਕਰਦੇ ਨੇ, ਸਰਕਾਰ ਨੂੰ ਟੈਕਸ ਵੀ ਭਰਦੇ ਨੇ, ਆਪਦੇ ਪੇਟ ਦਾ ਪਰਿਵਾਰ ਦਾ ਪੇਟ ਵੀ ਪਾਲਦੇ ਨੇ, ਆਪਦੇ ਮੁਲਾਜ਼ਮਾਂ ਨੂੰ ਤਨਖਾਹ ਵੀ ਦਿੰਦੇ ਨੇ। ਸਰਕਾਰ ਨੇ ਚੁਆਨੀ ਦੀ ਉਹਨਾਂ ਨੂੰ ਨਾ ਬਿਜਲੀ ਦੇ ਵਿੱਚ ਨਾ ਟੈਕਸਾਂ ਦੇ ਵਿੱਚ ਕਾਸੇ 'ਚ ਰਾਹਤ ਦਿੱਤੀ ਨਹੀਂ ਹੈਗੀ, ਤੇ ਕੰਮ ਉਹਨਾਂ ਨੂੰ ਕਹਿੰਦੇ ਨੇ ਵੀ ਤੁਸੀਂ 7 ਦਿਨ ਦੀ ਬਜਾਏ ਕੰਮ ਕਰੋ 3 ਦਿਨ, ਪਰ ਟੈਕਸ ਹੈ ਜਿਹੜਾ ਉਹ ਅਸੀਂ ਪੂਰਾ ਲਵਾਂਗੇ। ਇਹ ਲੌਜੀਕਲ ਗੱਲਾਂ ਨੇ ਜੀ, ਇਹ ਜਾਇਜ਼ ਨਹੀਂ ਹੈਗੀਆਂ। ਪਰ ਕਿਉਂਕਿ ਸਰਕਾਰ ਆਪ ਭੱਜ ਰਹੀ ਆ ਆਪਦੀ ਨਲਾਇਕੀ ਦੀ ਵਜ੍ਹਾ ਕਰਕੇ, ਉਹ ਸਾਨੂੰ ਫੇਸ ਕਰੋ, ਸਾਨੂੰ ਨਹੀਂ, ਪੰਜਾਬ ਦੀ 3.25 ਕਰੋੜ ਜਨਤਾ ਨੂੰ ਫੇਸ ਕਰਨ ਤੋਂ ਸਰਕਾਰ ਭੱਜ ਰਹੀ ਹੈ ਅੱਜ। ਬਿਲਕੁਲ ਐਸਨ ਅਮਨ ਅਰੋੜਾ ਜੀ, ਜਿਨ੍ਹਾਂ ਨੇ ਆਖਿਆ ਹੈ ਕਿ ਸਰਕਾਰ ਨੂੰ ਘੱਟੋ ਘੱਟ 15 ਦਿਨ ਦਾ ਸੈਸ਼ਨ ਸੱਦਣਾ ਚਾਹੀਦਾ, 1 ਦਿਨ ਦੇ ਵਿੱਚ ਕੁਝ ਵੀ ਨਹੀਂ ਨਿਕਲਣਾ, ਕਿਉਂਕਿ ਪੰਜਾਬ ਦੇ ਜਿਹੜੇ ਮਸਲੇ ਹੈਗੇ ਨੇ ਉਹ ਬਹੁਤ ਜ਼ਿਆਦਾ ਗੰਭੀਰ ਨੇ। ਗੰਭੀਰ ਇਸ ਕਰਕੇ ਵੀ ਬਣਦੇ ਨੇ ਕਿਉਂਕਿ ਕਰੋਨਾ ਸੰਕਟ ਦੀ ਜਿਹੜੀ ਮਾਰ ਪਈ ਹੈ ਉਹ ਪੰਜਾਬੀਆਂ ਨੂੰ ਵੱਡੇ ਪੱਧਰ ਦੇ ਉੱਤੇ ਪਈ ਹੈ। ਬਹੁਤ ਸਾਰੇ ਲੋਕ ਬੇਰੁਜ਼ਗਾਰ ਹੋਏ ਨੇ, ਕਈਆਂ ਦੇ ਹਾਲੇ ਵੀ ਜਿਹੜੇ ਬਿੱਲ ਹੈਗੇ ਨੇ 30-30 40-40 ਹਜ਼ਾਰ ਰੁਪਏ ਆ ਰਹੇ ਨੇ। ਕੰਮ ਧੰਦਾ ਪਿਛਲੇ ਦਿਨਾਂ ਵਿੱਚ ਕੋਈ ਹੈ ਨਹੀਂ ਸੀਗਾ, ਤੇ ਉੱਤੋਂ ਮਕਾਨਾਂ ਤੇ ਦੁਕਾਨਾਂ ਦੇ ਕਿਰਾਏ ਜਿੰਮਾਂ ਹੁਣ ਖੁੱਲੀਆਂ ਨੇ, ਬਹੁਤ ਸਾਰੇ ਕਾਰੋਬਾਰ ਹੁਣ ਸਰਕਾਰ ਨੇ ਖੋਲ੍ਹੇ ਨੇ, ਤੇ ਉੱਤੋਂ ਹੁਣ ਦੁਬਾਰਾ ਬੰਦ ਕਰਨ ਦੀਆਂ ਗੱਲਾਂ ਕੀਤੀਆਂ ਜਾ ਰਹੀਆਂ ਨੇ, ਔਡ ਈਵਨ ਦੀਆਂ ਗੱਲਾਂ ਕੀਤੀਆਂ ਜਾ ਰਹੀਆਂ ਨੇ। ਕਾਰੋਬਾਰੀ ਬਹੁਤ ਜ਼ਿਆਦਾ ਦੁਖੀ ਨੇ, ਤੁਸੀਂ ਉਹਨਾਂ ਦੀ ਵੀ ਗੱਲਾਂ ਸੁਣੀਆਂ, ਤੇ ਉਮੀਦ ਕਰਦੇ ਹਾਂ ਕਿ ਜਿਹੜਾ ਸੈਸ਼ਨ ਸੱਦਿਆ ਉਸ ਦੇ ਵਿੱਚ
ਉਸ ਨੂੰ ਐਕਸਟੈਂਡ ਕੀਤਾ ਜਾਵੇਗਾ, ਕਿਉਂਕਿ ਲੋਕਾਂ ਦੇ ਜਿਹੜੇ ਮਸਲੇ ਉਹ ਇੱਕ ਦਿਨ ਦੇ ਵਿੱਚ ਵਿਚਾਰੇ ਨਹੀਂ ਜਾ ਸਕਦੇ। ਆਮ ਆਦਮੀ ਪਾਰਟੀ ਦਾ ਕਹਿਣਾ ਕਿ ਜਿਹੜੇ ਲੋਕਾਂ ਦੇ ਮਸਲੇ ਹੈਗੇ ਨੇ ਉਹ ਚੁੱਕਣਗੇ, ਪਰ ਇੱਕ ਦਿਨ ਦੇ ਵਿੱਚ ਉਹ ਵੀ ਕੀ ਕੁਝ ਕਰ ਸਕਣਗੇ, ਇਸ ਕਰਕੇ ਸਰਕਾਰ ਨੂੰ ਉਹਨਾਂ ਦੀ ਵੀ ਅਪੀਲ ਹੈਗੀ ਹੈ। ਸੋ ਸਰਕਾਰ ਵੀ ਇਹ ਦੇਖ ਰਹੀ ਹੋਏਗੀ ਪ੍ਰੋਗਰਾਮ। ਸਰਕਾਰ ਨੂੰ ਵੀ ਸੋਚਣਾ ਚਾਹੀਦਾ ਹੈਗਾ ਕਿ ਜਦੋਂ ਪੰਜਾਬ ਦੇ ਵਿੱਚ ਇਸ ਵੇਲੇ ਵੱਡਾ ਮਸਲਾ ਜਿਹੜਾ ਹੈਗਾ ਇੱਕ ਬੇਰੁਜ਼ਗਾਰੀ ਦਾ ਬਣਿਆ ਹੋਇਆ, ਬਹੁਤ ਸਾਰੇ ਲੋਕ ਮਾਨਸਿਕ ਤਣਾਅ ਦੇ ਵਿੱਚ ਹੈਗੇ ਨੇ, ਨੌਕਰੀਆਂ ਚਲੀਆਂ ਗਈਆਂ ਨੇ, ਤੇ ਇੱਕ ਦਿਨਾਂ ਦੇ ਸੈਸ਼ਨ ਦੇ ਵਿੱਚ ਕੀ ਕੁਝ ਨਿਕਲ ਕੇ ਆਊਗਾ। ਪੰਜਾਬ ਦੇ ਲੋਕਾਂ ਦੀ ਬਾਂਹ ਫੜਨੀ ਚਾਹੀਦੀ ਹੈ, ਫਾਈਲਾਂ ਮੇਜ਼ ਦੇ ਉੱਤੇ ਸੁੱਟਣ ਦੀ ਬਜਾਏ। ਕੈਪਟਨ ਸਾਹਿਬ ਨੂੰ ਲੋਕਾਂ ਦੀਆਂ ਗੱਲਾਂ ਤੋਂ ਸਾਫ਼ ਜ਼ਾਹਰ ਹੋ ਰਿਹਾ ਕਿ ਲੋਕ ਸਰਕਾਰ ਤੋਂ ਕਾਫੀ ਨਿਰਾਸ਼ ਹੈਗੇ ਨੇ। ਉਮੀਦ ਕਰਦੇ ਹਾਂ ਸਰਕਾਰ ਇਸ ਪਾਸੇ ਧਿਆਨ ਦੇਗੀ। ਤੁਸੀਂ ਦੇਖਦੇ ਰਹੋ ਹਮਦਰ ਟੀਵੀ। ਮੈਨੂੰ ਅਮਨ ਮੋਹਨ ਨੂੰ ਦਿਓ ਇਜਾਜ਼ਤ। ਸਤਿ ਸ੍ਰੀ ਅਕਾਲ।